ਸਨਮਾਨਯੋਗ ਗੁਰੂ ਨਿਵਾਜੀ ਸਾਧ ਸੰਗਤ ਜੀਓ, ਆਪ ਜੀ ਨੇ ਗੁਰਬਾਣੀ ਕੀਰਤਨ ਦਾ ਆਨੰਦ ਮਾਣਿਆ ਹੈ। ਆਓ ਹੁਣ ਆਪਣੀਆਂ ਮਨੋਬਿਰਤੀਆਂ ਅੱਜ ਦੀ ਗੁਰਬਾਣੀ ਵਿਚਾਰਧਾਰਾ ਨਾਲ ਜੋੜਨ ਦਾ ਯਤਨ ਕਰੀਏ। ਸਾਇੰਸ ਨੇ ਬਹੁਤ ਵੱਡੀਆਂ ਖੋਜਾਂ ਕੀਤੀਆਂ ਨੇ, ਜਿਨ੍ਹਾਂ ਦਾ ਸਾਨੂੰ ਬਹੁਤ ਸੁੱਖ ਬਣਿਆ ਹੈ, ਜੋ ਸਾਡੇ ਜੀਵਨ ਵਿੱਚ ਇਸ ਨੂੰ ਸਹਿਜ ਤੇ ਸੁਹੇਲਾ ਬਣਾਉਣ ਲਈ ਬਹੁਤ ਸਹਾਇਕ ਹਨ। ਇਹ ਖੋਜ ਜਾਰੀ ਰਹਿਣੀ ਹੈ। ਕਦੀ ਜੇ ਹਜ਼ਾਰਾਂ ਸਾਲਾਂ ਤੱਕ ਸਾਇੰਸਦਾਨ ਇਹ ਆਖਣ ਕਿ ਅਸੀਂ ਪੂਰੀ ਬ੍ਰਹਿਮੰਡ ਦੀ ਖੋਜ ਕਰ ਲਈਏ, ਭਾਵੇਂ ਹੋ ਨਹੀਂ ਪਾਏਗਾ, ਪਰ ਜੇ ਅਸੀਂ ਮੰਨ ਲਈਏ ਕਿ ਪੂਰੇ ਬ੍ਰਹਿਮੰਡ ਦੀ ਖੋਜ ਪੂਰੀ ਹੋ ਗਈ, ਹੁਣ ਕੁਝ ਨਹੀਂ ਬਚਿਆ ਕਰਨ ਲਈ, ਵਿਦਵਾਨਾਂ ਦਾ ਮੰਨਣਾ ਹੈ ਕਿ ਇੱਕ ਚੀਜ਼ ਫਿਰ ਬਚੇਗੀ। ਉਹ ਜਿਹੜੀ ਚੀਜ਼ ਬਚੇਗੀ ਉਹ ਹੋਏਗੀ ਮਨ ਦੀ ਖੋਜ। ਕਿਉਂਕਿ ਵਿਗਿਆਨਿਕ ਲੋਕ ਜਿਹੜੇ ਨੇ ਇਹ ਭੌਤਿਕ ਖੋਜ ਵਿੱਚ ਲੱਗੇ ਨੇ, ਬ੍ਰਹਿਮੰਡੀ ਖੋਜ ਵਿੱਚ ਲੱਗੇ ਨੇ, ਮਨ ਦੀ ਖੋਜ ਵੱਲ ਇਹਨਾਂ ਦਾ ਜੇ ਧਿਆਨ ਨਹੀਂ ਗਿਆ। ਇੱਕ ਗੱਲ ਹੋਰ ਵੀ ਹੈ ਕਿ ਜਿਹੜੀ ਇਹ ਬ੍ਰਹਿਮੰਡੀ ਖੋਜ ਕੋਈ ਵੀ ਕਰੇ ਤੇ ਦੂਸਰੇ ਉਸ ਤੋਂ ਜਾਣਕਾਰੀ ਹਾਸਲ ਕਰ ਸਕਦੇ ਨੇ, ਉਸ ਦੀ ਖੋਜ ਦਾ ਲਾਭ ਉਠਾ ਸਕਦੇ ਨੇ, ਲੇਕਿਨ ਮਨ ਦੀ ਖੋਜ ਦਾ ਵਿਸ਼ਾ ਇੱਕ ਇਹੋ ਜਿਹਾ ਵਿਸ਼ਾ ਹੈ, ਇਹ ਦੂਸਰਾ ਆਦਮੀ ਨਹੀਂ ਕਰ ਸਕਦਾ। ਮੇਰੇ ਮਨ ਦੀ ਖੋਜ ਕੇਵਲ ਮੈਨੂੰ ਹੀ ਕਰਨੀ ਪੈਣੀ ਹੈ ਤੇ ਤੁਹਾਡਿਆਂ ਮਨਾਂ ਦੀ ਖੋਜ ਕੇਵਲ ਤੁਸੀਂ ਹੀ ਕਰ ਸਕਦੇ ਹੋ। ਕੋਈ ਹੋਰ ਸਾਨੂੰ ਇਹ ਖੋਜ ਕਰਕੇ ਨਹੀਂ ਦੇ ਪਾਏਗਾ। ਗੁਰਬਾਣੀ ਵਿੱਚ ਕਬੀਰ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਲਿਖੇ ਨੇ, ਇਸ ਮਨ ਕੋ ਕੋਈ ਖੋਜੋ ਪਾਈ। ਐ ਮੇਰੇ ਭਰਾਵੋ ਕੋਈ ਜਨਾ ਹਿੰਮਤ ਕਰੋ, ਆਪਣੇ ਮਨ ਨੂੰ ਖੋਜਣਾ ਸ਼ੁਰੂ ਕਰੋ, ਇਹਦੇ ਤੇ ਸਰਚ ਆਰੰਭ ਕਰੋ। ਇਹ ਮਨ ਕਿੱਧਰੋਂ ਆਉਂਦਾ ਹੈ, ਕਿੱਧਰ ਜਾਂਦਾ ਹੈ, ਰਾਤ ਨੂੰ ਕੀ ਸੋਚਦਾ ਹੈ, ਦਿਨੇ ਕੀ ਕਰਦਾ ਹੈ, ਸਾਨੂੰ ਕਿਸ ਤਰ੍ਹਾਂ ਇਸ ਮਨ ਨੇ ਭਟਕਣਾ ਵਿੱਚ ਪਾਇਆ ਹੋਇਆ ਹੈ, ਇਹ ਟਿਕ ਕੇ ਨਹੀਂ ਬੈਠਣ ਦਿੰਦਾ। ਤੁਸੀਂ ਕਈ ਵਾਰੀ ਆਪਣੇ ਮਨ ਦੀ ਖੋਜ ਕਰਨਾ ਤੇ ਵੇਖਣਾ ਕਿ ਜਦੋਂ ਤੁਸੀਂ 2 ਘੜੀਆਂ ਚਾਹੋ ਕਿ ਸਿਮਰਨ ਵਿੱਚ ਬੈਠੀਏ, ਬਾਣੀ ਦੇ ਪਾਠ ਵਿੱਚ ਬੈਠੀਏ, ਐਨ ਠੀਕ ਉਸ ਵਕਤ ਤੁਹਾਨੂੰ ਇਹ ਮਨ ਆਖੇਗਾ ਕਿ ਉਹ ਫਲਾਣੇ ਬੰਦੇ ਦਾ ਮੈਸੇਜ ਆਉਣਾ ਸੀ, ਉਹ ਆ ਨਾ ਗਿਆ ਹੋਵੇ, ਪਹਿਲਾਂ ਉਹ ਚੈੱਕ ਕਰ ਲਵਾਂ। ਠੀਕ ਉਸੇ ਵਕਤ ਇਹ ਆਖੇਗਾ ਪਹਿਲਾਂ ਕੁਝ ਖਾ ਲਈਏ, ਸਿਮਰਨ ਬਾਅਦ ਵਿੱਚ ਕਰ ਲਾਂਗੇ। ਬਿਲਕੁਲ ਉਸੇ ਵਕਤ ਇਹੋ ਜਿਹੇ ਫੁਰਨੇ ਉਠਾਏਗਾ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਹੁੰਦਾ ਤੇ ਜਿਹੜੇ ਕਰਨੇ ਜ਼ਰੂਰੀ ਵੀ ਨਹੀਂ ਹੁੰਦੇ। ਇੱਥੋਂ ਖੋਜ ਸ਼ੁਰੂ ਕਰਨੀ ਆਪਾਂ ਆਪਣੇ ਮਨ ਦੀ ਕਿ ਮਨ ਸਾਡਾ ਸਾਨੂੰ ਕਿਸ ਪਾਸੇ ਨੂੰ ਲਿਜਾਂਦਾ ਹੈ। ਇਸ ਮਨ ਕੋ ਕੋਈ ਖੋਜੋ ਪਾਈ। ਇਸ ਮਨ ਨੂੰ ਖੋਜਣ ਦੀ ਜ਼ਰੂਰਤ ਹੈ, ਇਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ। ਫਿਰ ਉਹਨਾਂ ਨੇ ਇੱਕ ਸਵਾਲ ਬੜਾ ਵਧੀਆ ਕੀਤਾ ਹੈ ਕਬੀਰ ਸਾਹਿਬ ਨੇ। ਉਹ ਫਰਮਾਉਂਦੇ ਨੇ,
ਤਨ ਛੂਟੈ ਮਨ ਕਹਾਂ ਸਮਾਈ। ਜਦੋਂ ਇਹ ਜੀਵ ਇਸ ਸਰੀਰ ਨੂੰ ਛੱਡ ਜਾਂਦਾ ਹੈ, ਉਸ ਵਕਤ ਇਹ ਮਨ ਕਿੱਥੇ ਜਾ ਕੇ ਸਮਾ ਜਾਂਦਾ ਹੈ, ਕਿੱਥੇ ਲੈ ਹੋ ਜਾਂਦਾ ਹੈ, ਹੁੰਦਾ ਵੀ ਹੈ ਕਿ ਨਹੀਂ ਹੁੰਦਾ। ਇਹਦੇ ਤੇ ਖੋਜ ਕਰਨੀ ਹੈ, ਤੇ ਖੋਜ ਜੀ ਆਪਾਂ ਨੂੰ, ਹਰ ਵਿਅਕਤੀ ਨੂੰ ਆਪਣੇ ਆਪ ਕਰਨੀ ਪੈਣੀ ਹੈ। ਕੋਈ ਐਸਾ ਨਹੀਂ ਕਿ ਕੋਈ ਵਿਗਿਆਨੀ ਜਨ ਆ ਕੇ ਸਾਡੇ ਮਨ ਦੀ ਖੋਜ ਕਰਕੇ ਸਾਨੂੰ ਦੱਸ ਦੇਵੇਗਾ ਕਿ ਤੇਰਾ ਮਨ ਇਸ ਤਰ੍ਹਾਂ ਦਾ ਹੈ। ਇਹ ਸਾਨੂੰ ਆਪ ਕਰਨਾ ਪੈਣਾ ਹੈ। ਕਬੀਰ ਸਾਹਿਬ ਕਹਿੰਦੇ ਨੇ, ਮੈਂ ਆਪਣੇ ਮਨ ਨੂੰ, ਜਿਵੇਂ ਘੋੜੇ ਨੂੰ ਲਗਾਮ ਪਾਈ ਹੁੰਦੀ ਹੈ ਨਾ, ਆਪਣੇ ਮਨ ਨੂੰ ਲਗਾਮ ਪਾ ਲਈਏ ਤੇ ਇਸ ਮਨ ਰੂਪ ਘੋੜੇ ਉੱਤੇ ਸਵਾਰ ਹੋ ਗਿਆ ਹਾਂ। ਹੁਣ ਮੈਂ ਇਸ ਨੂੰ ਆਪਣੀ ਮਰਜ਼ੀ ਨਾਲ ਚਲਾਉਣਾ। ਇਹ ਗੱਲ ਸਮਝਣ ਵਾਲੀ ਹੈ ਕਿ ਸਾਡਾ ਮਨ ਸਾਨੂੰ ਆਪਣੀ ਮਰਜ਼ੀ ਨਾਲ ਚਲਾਉਂਦਾ ਹੈ, ਪਰ ਕਬੀਰ ਸਾਹਿਬ ਕਹਿੰਦੇ ਨੇ, ਹੁਣ ਮੇਰਾ ਮਨ ਮੈਨੂੰ ਨਹੀਂ ਚਲਾਉਂਦਾ, ਮੇਰੀ ਮਰਜ਼ੀ ਨਾਲ ਇਹ ਚੱਲਣ ਦਾ ਆਦੀ ਹੋ ਗਿਆ। ਹੁਣ ਕਹਿੰਦੇ ਨੇ, ਮੈਂ ਕਰਦਾ ਕੀ ਹਾਂ? ਮਨ ਨੂੰ ਕਹਿੰਦੇ ਨੇ, ਚੱਲ ਰੇ ਬੈਕੁੰਠ ਤੁਝੇ ਲੈ ਤਾਰੋਂ। ਚੱਲ ਮੈਂ ਤੈਨੂੰ ਬੈਕੁੰਠ ਦੇ ਦਰਸ਼ਨ ਕਰਵਾਵਾਂ, ਚੱਲ ਮੈਂ ਤੈਨੂੰ ਸੱਚਖੰਡ ਵਿਖਾਵਾਂ, ਚੱਲ ਮੈਂ ਤੈਨੂੰ ਉਸ ਉੱਚੀ ਆਤਮਕ ਅਵਸਥਾ ਵਿੱਚ ਲੈ ਚੱਲਾਂ ਜਿੱਥੇ ਪ੍ਰਭੂ ਸਾਖਸ਼ਾਤਕਾਰ ਹੁੰਦਾ ਹੈ। ਚੱਲ ਰੇ ਬੈਕੁੰਠ ਤੁਝੇ ਲੈ ਤਾਰੋਂ। ਫਿਰ ਕਹਿੰਦੇ ਨੇ, ਜੇ ਤੂੰ ਹਿਚਕਚਾਹਟ ਕੀਤੀ ਜਰਾ ਜਿੰਨੀ, ਜੇ ਤੂੰ ਮੇਰੀ ਗੱਲ ਨਾ ਮੰਨੀ, ਕਿਉਂਕਿ ਘੋੜਾ ਨਾ ਕਈ ਵਾਰੀ ਅੜੀਅਲ ਘੋੜੇ ਹੁੰਦੇ ਨੇ, ਅੜੀ ਕਰਦੇ ਨੇ। ਕਹਿੰਦੇ ਨੇ, ਹਿਚੈ ਹੈ ਤਾਂ ਪ੍ਰੇਮ ਕੇ ਚਾਬਕ ਮਾਰੂ। ਜੇ ਤੂੰ ਜਰਾ ਜਿੰਨੀ ਵੀ ਹਿਚਕਚਾਹਟ ਕੀਤੀ ਕਿ ਮੈਂ ਅੱਗੇ ਨਹੀਂ ਜਾਣਾ ਉਤਲੀ ਅਵਸਥਾ ਵਿੱਚ, ਤੇ ਫਿਰ ਮੈਂ ਤੈਨੂੰ ਚਾਬਕ ਮਾਰਾਂਗਾ। ਚਾਬਕ ਉਹ ਇੱਕ ਛੋਟਾ ਜਿਹਾ ਡੰਡਾ, ਉਸ ਨੂੰ ਅੱਗੇ ਛਾਟਾ ਜਿਹਾ ਬੱਧਾ ਹੁੰਦਾ, ਜਿਹੜਾ ਘੋੜੇ ਨੂੰ ਮਾਰਿਆ ਜਾਂਦਾ ਹੈ ਤਾਂ ਕਿ ਉਹ ਸਿੱਧੇ ਰਸਤੇ ਤੇ ਤੁਰੇ, ਜਾਂ ਜਿੱਧਰ ਨੂੰ ਚਾਲਕ ਕਹਿੰਦਾ ਉਧਰ ਨੂੰ ਜਾਏ। ਤੇ ਕਬੀਰ ਸਾਹਿਬ ਆਖਦੇ ਨੇ, ਮੇਰੇ ਕੋਲ ਚਾਬੁਕ ਹੈ ਪਰ ਹੈ ਪ੍ਰੇਮ ਦਾ, ਮੈਂ ਤੈਨੂੰ ਉਹ ਮਾਰਾਂਗਾ। ਇੱਥੋਂ ਜੀ ਮਨ ਦੀ ਖੋਜ ਸ਼ੁਰੂ ਹੁੰਦੀ ਹੈ। ਜਦੋਂ ਮਨ ਇੱਧਰ ਉੱਧਰ ਦੌੜਨ ਲੱਗੇ, ਉਸ ਨੂੰ ਪ੍ਰੇਮ ਨਾਲ ਕਹਿਣਾ, ਜਿੱਦ ਨਹੀਂ ਕਰਨੀ, ਮਨ ਨਾਲ ਝਗੜਾ ਨਹੀਂ ਕਰਨਾ, ਮਨ ਨਾਲ ਲੜਾਈ ਨਹੀਂ ਕਰਨੀ। ਉਹਨੂੰ ਬੜੇ ਪਿਆਰ ਨਾਲ ਆਖਣਾ ਹੈ ਕਿ ਦੇਖ, ਆਪਾਂ ਹੁਣ ਪਾਠ ਕਰਨ ਲਈ ਬੈਠੇ ਹਾਂ, ਅੱਧਾ ਘੰਟਾ ਜਿੰਨਾ ਵੀ ਚਿਰ ਮੈਂ ਬਹਿਣਾ ਹੈ, ਓਨਾ ਚਿਰ ਟਿਕ ਕੇ ਬੈਠਾ ਰਹੇ। ਜੇ ਤੂੰ ਨਾ ਟਿਕ ਕੇ ਬੈਠੋ ਤੇ ਮੈਂ ਉੱਠਣ ਵਾਲਾ ਨਹੀਂ ਹਾਂ, ਮੈਂ ਆਪਣਾ ਪੂਰਾ ਸਮਾਂ ਲਗਾ ਕੇ ਉੱਠਾਂਗਾ। ਜਦੋਂ ਅਸੀਂ ਇਹਨੂੰ ਪਿਆਰ ਨਾਲ ਰੋਕਣਾ ਸ਼ੁਰੂ ਕਰਾਂਗੇ ਤੇ ਫਿਰ ਇਹ ਰੁਕਣ ਲੱਗ ਪਏਗਾ, ਫਿਰ ਇਹ ਟਿਕਣ ਲੱਗ ਪਏਗਾ, ਫਿਰ ਆਪਣੇ ਆਖੇ ਲੱਗਣ ਲੱਗ ਪਏਗਾ। ਇਸ ਤਰ੍ਹਾਂ ਪ੍ਰੇਮ ਦੇ ਚਾਬੁਕ ਦੇ ਨਾਲ ਅਸੀਂ ਖੋਜ ਸ਼ੁਰੂ ਕਰਨੀ ਹੈ ਮਨ ਦੀ। ਅਸੀਂ ਜੇ ਆਪਣੇ ਬੱਚੇ ਨੂੰ ਡਾਕਟਰ ਬਣਾਉਣਾ ਹੋਵੇ, ਉਹਨੂੰ ਇੰਜੀਨੀਅਰ ਬਣਾਉਣਾ ਹੋਵੇ, ਉਹਨੂੰ ਕੁਝ ਹੋਰ ਦੁਨਿਆਵੀ ਤੌਰ 'ਤੇ ਉੱਚੀ ਡਿਗਰੀ, ਉੱਚੇ ਮੁਰਾਤਬੇ 'ਤੇ ਪਹੁੰਚਾਉਣਾ ਹੋਵੇ, ਤੇ ਅਸੀਂ ਜਿਹੋ ਜਿਹੇ ਪਾਸੇ ਉਹਨੂੰ ਤੋਰਨਾ ਚਾਹੁੰਦੇ ਹਾਂ, ਅਸੀਂ ਉਹੋ ਜਿਹਾ ਸਕੂਲ ਕਾਲਜ ਲੱਭਦੇ ਹਾਂ ਤਾਂ ਕਿ ਉਹ ਉਸ ਸਕੂਲ ਵਿੱਚ ਪੜ੍ਹ ਕੇ, ਮੈਡੀਕਲ ਕਾਲਜ ਵਿੱਚ ਪੜ੍ਹ ਕੇ ਉਹ ਡਾਕਟਰ ਬਣ ਸਕੇ। ਉਹ ਇਸ ਤਰ੍ਹਾਂ ਕਿਸੇ ਨਾ ਕਿਸੇ ਇੱਕ ਸਬਜੈਕਟ ਦੇ ਉੱਤੇ ਕੰਮ ਕਰਕੇ ਤੇ ਉਹ ਉੱਚੇ ਰੁਤਬੇ ਨੂੰ ਪਾ ਸਕੇ। ਜੇ ਅਸੀਂ ਮਨ ਉੱਤੇ ਕਾਬੂ ਕਰਨਾ ਚਾਹੁੰਦੇ ਹਾਂ, ਜੇ ਮਨ ਦੇ ਮਾਸਟਰ ਬਣਨਾ ਚਾਹੁੰਦੇ ਹਾਂ, ਤੇ ਫਿਰ ਸਾਨੂੰ ਇੱਕ ਕੰਮ ਕਰਨਾ ਹੋਏਗਾ, ਉਹ ਹੈ ਸਾਧੂਆਂ ਦੀ ਸੰਗਤ। ਜਿੰਨਾ ਚਿਰ ਅਸੀਂ ਸਾਧੂਆਂ ਦੀ ਸੰਗਤ ਨਹੀਂ ਕਰਾਂਗੇ, ਉਨਾ ਚਿਰ ਸਾਨੂੰ ਸਾਡੇ ਮਨ ਬਾਰੇ ਕੁਝ ਵੀ ਪਤਾ ਨਹੀਂ ਲੱਗਣ ਵਾਲਾ।
ਸਾਧੂ ਜਨ, ਮਹਾਂਪੁਰਸ਼, ਗੁਰੂ ਜਨ ਸਾਨੂੰ ਦੱਸਦੇ ਨੇ ਕਿ ਤੁਹਾਡਾ ਮਨ ਕਿਸ ਵਸਤੂ ਦਾ, ਕਿਸ ਧਾਤੂ ਦਾ ਬਣਿਆ ਹੋਇਆ ਹੈ। ਸਾਧੂ ਜਨ ਦੱਸਦੇ ਨੇ ਤੁਹਾਡਾ ਮਨ ਤੁਹਾਨੂੰ ਕਿਵੇਂ ਭਟਕਾ ਕੇ ਰਸਤੇ ਤੋਂ ਪਾਸੇ ਲੈ ਜਾਂਦਾ ਹੈ। ਸਾਧੂ ਜਨ ਦੱਸਦੇ ਨੇ ਇਹਦੇ ਉੱਤੇ ਕੰਟਰੋਲ ਕਿਵੇਂ ਕਰਨਾ ਹੈ। ਇਸ ਲਈ ਸਾਨੂੰ ਸਾਧੂ ਮਹਾਂਪੁਰਸ਼ਾਂ ਦੀ ਸੰਗਤ ਕਰਨ ਦੀ ਬੜੀ ਵੱਡੀ ਜ਼ਰੂਰਤ ਹੈ। ਅਸੀਂ ਬਹੁਤ ਵਾਰੀ ਕਹਿੰਦੇ ਹਾਂ ਕਿ ਅਸੀਂ ਗੁਰਬਾਣੀ ਪੜ੍ਹਦੇ ਹਾਂ, ਸਾਨੂੰ ਪੜ੍ਹਨੀ ਚਾਹੀਦੀ ਹੈ, ਵਿਚਾਰਨੀ ਚਾਹੀਦੀ ਹੈ। ਲੇਕਿਨ ਜੇ ਮੈਂ ਸੱਚ ਬੋਲਦੇ ਹਾਂ ਤੇ ਗੁੱਸਾ ਨਾ ਕਰਿਆ ਜੇ, ਗੁਰਬਾਣੀ ਆਪਣੇ ਆਪ ਕੋਈ ਨਹੀਂ ਸਮਝ ਆਉਂਦੀ। ਇਸ ਗੁਰਬਾਣੀ ਦੇ ਵਿਸ਼ੇ ਨੂੰ ਸਮਝਣ ਲਈ ਵੀ ਸਾਨੂੰ ਕਿਸੇ ਮਹਾਂਪੁਰਸ਼ ਨੂੰ ਪੁੱਛਣਾ ਪੈਂਦਾ ਹੈ, ਉਹਦੇ ਕੋਲ ਬੈਠਣਾ ਪੈਂਦਾ ਹੈ, ਤੇ ਫਿਰ ਸਾਨੂੰ ਗੁਰਬਾਣੀ ਦੀ ਸਮਝ ਆਉਂਦੀ ਹੈ ਕਿ ਗੁਰਬਾਣੀ ਸਾਨੂੰ ਅਕਸਰ ਕਹਿ ਕੀ ਰਹੀ ਹੈ। ਤੁਸੀਂ ਸਾਰਿਆਂ ਨੇ ਬੰਦਗੀਨਾਮਾ ਤੇ ਜ਼ਰੂਰ ਪੜ੍ਹ ਲਿਆ ਹੋਣਾ, ਕਿਉਂਕਿ ਮੈਂ ਬਹੁਤ ਵਾਰੀ ਤੁਹਾਨੂੰ ਬੇਨਤੀ ਕੀਤੀ ਹੈ। ਉਹਦੇ ਜਿਹੜੇ ਰਾਈਟਰ ਨੇ ਰਘੁਬੀਰ ਸਿੰਘ, ਉਹਨਾਂ ਜਿਹੀ ਭਗਤੀ, ਉਹਨਾਂ ਜਿਹੀ ਸਮਰਪਿਤ ਦੀ ਭਾਵਨਾ ਸਾਡੇ ਵਿੱਚ ਨਹੀਂ ਹੈਗੀ। ਉਹਨਾਂ ਨੇ ਬੜਾ ਲੰਮਾ ਅਰਸਾ ਲਾਇਆ ਸਿਮਰਨ ਭਜਨ ਤੇ, ਗੁਰਬਾਣੀ ਦੇ ਪਾਠ ਤੇ, ਉਸ ਨੂੰ ਸਮਝਣ ਵਾਸਤੇ। ਲੇਕਿਨ ਉਹ ਕਹਿੰਦੇ ਨੇ ਮੈਂ ਸਮਝ ਨਹੀਂ ਸਾਂ ਪਾਉਂਦਾ। ਜਿੱਥੇ ਕਿਤੇ ਮੈਂ ਅੜ ਜਾਂਦਾ ਸਾਂ, ਮੇਰਾ ਮਨ ਰੁਕ ਜਾਂਦਾ ਸੀ ਕਿ ਅੱਗੇ ਮੈਨੂੰ ਸਮਝ ਨਹੀਂ ਆ ਰਹੀ ਕਿ ਗੁਰਬਾਣੀ ਫਰਮਾ ਕੀ ਰਹੀ ਹੈ। ਫਿਰ ਉਹ ਕਹਿੰਦੇ ਨੇ ਮੈਂ ਕਿਸੇ ਸਾਧੂ ਕੋਲ ਜਾਂਦਾ ਸਾਂ, ਕਿਉਂਕਿ ਗੁਰਬਾਣੀ ਵਿਸ਼ਾ ਹੀ ਸਾਧੂਆਂ ਦਾ ਹੈ। ਇਹ ਸਾਨੂੰ ਸਾਧੂ ਹੀ ਬਣਾ ਰਹੀ ਹੈ। ਸਾਧ ਮਾਰਗ ਤੇ ਪ੍ਰੇਰਨਾ ਕਰਦੀ ਹੈ ਸਾਨੂੰ ਤੁਰਨ ਦੀ। ਉਹ ਕਹਿੰਦੇ ਮੈਂ ਫਿਰ ਸਾਧੂਆਂ ਕੋਲ ਜਾਂਦਾ ਤੇ ਉਹਨਾਂ ਨੂੰ ਜਾ ਕੇ ਜਿੱਥੇ ਕਿਤੇ ਮੇਰਾ ਮਨ ਰੁਕਦਾ, ਮੈਂ ਉਹਨਾਂ ਨੂੰ ਪੁੱਛਦਾ ਤੇ ਉਹ ਸਾਧੂ ਜਨ ਮੇਰੇ ਮਨ ਦੀਆਂ ਬਾਰੀਕ ਤੋਂ ਬਾਰੀਕ ਕੁੰਡੀਆਂ ਖੋਲ ਦਿੰਦੇ ਤੇ ਮੈਨੂੰ ਸਮਝ ਪੈਂਦੀ ਕਿ ਗੁਰਬਾਣੀ ਕੀ ਕਹਿ ਰਹੀ ਹੈ। ਸੋ ਆਪਾਂ ਨੂੰ ਜੀ ਬਹੁਤ ਵੱਡੀ ਜ਼ਰੂਰਤ ਹੈ ਸਾਧੂਆਂ ਦੀ ਸੰਗਤ ਕਰਨ ਦੀ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੋ ਕਾਨੜਾ ਰਾਗ ਦੇ ਅੰਦਰ ਉਹਨਾਂ ਨੇ ਪਹਿਲਾ ਬਚਨ ਸ਼ੁਰੂ ਕੀਤਾ ਹੈ, ਉਹ ਕਹਿੰਦੇ ਨੇ ਮੇਰਾ ਮਨ ਸਾਧ ਜਨਾ ਮਿਲ ਹਰਿਆ। ਸਾਡਾ ਮਨ ਸਾਧੂਆਂ ਦੀ ਸੰਗਤ ਕਰਨ ਤੋਂ ਬਿਨਾ ਮਾਨੋ ਇਹ ਰਸਹੀਨ ਹੋ ਚੁੱਕਾ ਹੈ, ਇਹ ਸੁੱਕੀ ਲੱਕੜੀ ਵਰਗਾ ਹੋ ਚੁੱਕਾ ਹੈ। ਜਦੋਂ ਆਪਾਂ ਕਿਸੇ ਲੱਕੜੀ ਨੂੰ ਦਰਖਤ ਨਾਲੋਂ ਕੱਟ ਦਈਏ ਜਾਂ ਉਹ ਆਪਣੇ ਆਪ ਟੁੱਟ ਜਾਏ ਤੇ ਕੁਝ ਸਮੇਂ ਬਾਅਦ ਅਸੀਂ ਵੇਖਦੇ ਹਾਂ ਲੱਕੜੀ ਸੁੱਕ ਗਈ ਹੈ, ਅਸੀਂ ਕਹਿੰਦੇ ਹਾਂ ਲੱਕੜੀ ਸੁੱਕ ਗਈ ਹੈ। ਅਸਲ ਵਿੱਚ ਲੱਕੜੀ ਨਹੀਂ ਸੁੱਕੀ, ਉਹਦੇ ਅੰਦਰ ਜਿਹੜਾ ਰਸ ਸੀ ਉਹ ਸੁੱਕ ਗਿਆ ਹੈ। ਲੱਕੜੀ ਉਸੇ ਤਰ੍ਹਾਂ ਹੀ ਹੈ, ਉਹਨੂੰ ਕੋਈ ਵੀ ਫਰਕ ਨਹੀਂ ਪਿਆ, ਲੇਕਿਨ ਉਹਦੇ ਵਿੱਚ ਜਿਹੜਾ ਰਸ ਹੁੰਦਾ ਹੈ ਉਹ ਰਸ ਸੁੱਕ ਜਾਂਦਾ ਹੈ ਗਰਮੀ ਨਾਲ। ਸਾਡਾ ਮਨ ਉਸ ਤਰ੍ਹਾਂ ਦਾ ਹੋ ਗਿਆ ਰਸਹੀਨ। ਇਹ ਵਿਕਾਰਾਂ ਦੇ ਰਸਤੇ ਲੈਣਾ ਪਸੰਦ ਕਰਦਾ ਹੈ, ਪਰ ਨਾਮ ਰਸ ਨਹੀਂ ਲੈਂਦਾ। ਨਾਮ ਰਸ ਤੋਂ ਬਿਨਾਂ ਇਹ ਰਸਹੀਨ ਹੋ ਕੇ ਮਾਨੋ ਸੁੱਕ ਗਿਆ ਹੈ। ਤੇ ਗੁਰੂ ਸਾਹਿਬ ਆਖਦੇ ਨੇ ਮੇਰਾ ਮਨ ਹੁਣ ਹਰਿਆ ਹੋ ਗਿਆ। ਹਰਿਆ ਕਦੋਂ ਹੋਇਆ? ਜਦੋਂ ਸਾਧ ਜਨਾਂ ਦੀ ਸੰਗਤ ਮਿਲੀ। ਤੇ ਆਪਾਂ ਵੇਖਣਾ ਹੈ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਕਿਹੜਿਆਂ ਸਾਧੂਆਂ ਦੀ ਸੰਗਤ ਮਿਲੀ ਸੀ। ਉਹਨਾਂ ਨੂੰ ਸੰਗਤ ਮਿਲੀ ਗੁਰੂ ਅਮਰਦਾਸ ਮਹਾਰਾਜ ਜੀ ਦੀ। ਤੇ ਉਹ ਕਹਿੰਦੇ ਨੇ ਆਪ ਆਪਣੀ ਬਾਣੀ ਵਿੱਚ ਕਿ ਗੁਰੂ ਅਮਰਦਾਸ ਮਹਾਰਾਜ ਮੈਨੂੰ ਇਸ ਤਰ੍ਹਾਂ ਸਨ ਜਿਵੇਂ ਮੇਰਾ ਇੱਕ ਦੋਸਤ ਹੋਵੇ। ਗੁਰੂ ਰਾਮਦਾਸ ਮਹਾਰਾਜ ਬਹੁਤ ਛੋਟੀ ਉਮਰ ਵਿੱਚ ਨੇ, 9-10 ਸਾਲਾਂ ਦੀ, 12 ਸਾਲਾਂ ਦੀ ਉਮਰ ਹੈ। ਤੇ ਗੁਰੂ ਅਮਰਦਾਸ ਮਹਾਰਾਜ ਉਦੋਂ ਤਕਰੀਬਨ 72 ਸਾਲਾਂ ਦੀ ਉਮਰ ਹੈ। ਤੇ ਉਹ ਕਹਿੰਦੇ ਨੇ ਗੁਰੂ ਅਮਰਦਾਸ ਮੇਰਾ ਦੋਸਤ ਬਣ ਗਿਆ।
ਗੁਰੂ ਅਮਰਦਾਸ ਮਹਾਰਾਜ ਦੀ ਸੰਗਤ ਮਿਲੀ ਤੇ ਗੁਰੂ ਰਾਮਦਾਸ ਜੀ ਨੇ ਆਖਿਆ, ਮੇਰਾ ਮਨ ਸਾਧ ਜਨਾ ਮਿਲ ਹਰਿਆ। ਆਪਾਂ ਗੁਰਬਾਣੀ ਵਿੱਚ ਪੜ੍ਹਦੇ ਨਾ, ਸੂਕੇ ਕਾਸ਼ਟ ਹਰਿਆ, ਉਹਦਾ ਵੀ ਹੋਰ ਕੋਈ ਮਤਲਬ ਨਹੀਂ, ਇਹੋ ਹੀ ਮਤਲਬ ਏ ਵੀ ਉਹ ਸੁੱਕੀ ਲੱਕੜੀ ਹਰੀ ਕਿਵੇਂ ਹੁੰਦੀ ਏ। ਲੱਕੜੀ ਨੂੰ ਅਸੀਂ ਦੁਬਾਰਾ ਦਰਖਤ ਨਾਲ ਨਹੀਂ ਜੋੜ ਸਕਦੇ, ਦਰਖਤ ਉਹਦੇ ਵਿੱਚ ਦੁਬਾਰਾ ਉਹ ਰਸ ਨਹੀਂ ਭਰ ਸਕਦਾ, ਲੇਕਿਨ ਟੁੱਟਿਆ ਹੋਇਆ ਮਨ ਇਹ ਜੋੜਿਆ ਜਾ ਸਕਦਾ ਹੈ ਪਰਮੇਸ਼ਵਰ ਨਾਲ, ਨਾਮ ਨਾਲ, ਸਿਮਰਨ ਨਾਲ, ਬਾਣੀ ਨਾਲ। ਜਦੋਂ ਇਹ ਸਾਡਾ ਮਨ ਇਸ ਤਰ੍ਹਾਂ ਜੁੜੇਗਾ ਗੁਰਬਾਣੀ ਨਾਲ, ਪ੍ਰਭੂ ਦੇ ਨਾਮ ਰਸ ਅੰਮ੍ਰਿਤ ਨਾਮ ਨਾਲ, ਤਾਂ ਇਹ ਰਸ ਸਹਿਤ ਹੋ ਜਾਏਗਾ। ਬਸ ਜਦੋਂ ਇਹਨੂੰ ਪ੍ਰਮਾਤਮਾ ਦੇ ਨਾਮ ਦਾ ਰਸ ਆਉਣ ਲੱਗ ਪਿਆ, ਉਦੋਂ ਸਮਝ ਲੈਣਾ ਸਾਡਾ ਮਨ ਹਰਿਆ ਹੋ ਗਿਆ। ਤੇ ਜਿੰਨਾ ਚਿਰ ਨਾਮ ਦਾ ਰਸ ਨਹੀਂ ਆਉਂਦਾ, ਉਨਾ ਚਿਰ ਸਾਡਾ ਕੋਈ ਮਨ ਹਰਿਆ ਨਹੀਂ, ਸੁੱਕਾ ਹੀ ਹੋਇਆ। ਤਾਂ ਹੀ ਤੇ ਅਸੀਂ ਜਰਾ ਜਰਾ ਗੱਲ ਤੇ ਲੜਦੇ ਹਾਂ, ਜਰਾ ਜਰਾ ਗੱਲ ਤੇ ਝਗੜਦੇ ਹਾਂ, ਛੋਟੀ ਜੀ ਗੱਲ ਤੇ ਕ੍ਰੋਧਵਾਨ ਹੁੰਨੇ ਹਾਂ। ਛੋਟਾ ਜਿਹਾ ਮਾਇਆ ਦਾ ਇੱਕ ਟੁਕੜਾ ਸਾਨੂੰ ਉਹ ਲੋਭੀ ਤੇ ਲਾਲਚੀ ਬਣਾ ਦਿੰਦਾ ਹੈ। ਛੋਟਾ ਜਿਹਾ ਕਿਤੇ ਬਾਹਰ ਵੇਖਿਆ ਰੂਪ ਰੰਗ ਅਸੀਂ ਮੰਦੀਆਂ ਵਾਸਨਾਵਾਂ ਨਾਲ ਭਰ ਜਾਂਦੇ ਹਾਂ। ਇਹ ਸਭ ਕੀ ਇਹ ਸਾਡੇ ਸੁੱਕੇ ਹੋਏ ਮਨ ਦੀਆਂ ਨਿਸ਼ਾਨੀਆਂ ਨੇ। ਛੋਟੀ ਜੀ ਗੱਲ ਤੇ ਅਸੀਂ ਅਹੰਕਾਰੀ ਹੋ ਜਾਂਦੇ ਹਾਂ, ਇਹ ਸਾਡੀ ਸੁੱਕੇ ਹੋਏ ਮਨ ਦੀ ਨਿਸ਼ਾਨੀ ਹੈ। ਜਿੱਦਣ ਸਾਡਾ ਮਨ ਹਰਿਆ ਹੋ ਗਿਆ, ਫਿਰ ਇਹਨਾਂ ਚੀਜ਼ਾਂ ਦਾ ਕੋਈ ਵੀ ਅਸਰ ਨਹੀਂ ਉਹਦੇ ਤੇ ਹੋਣਾ। ਲੱਕੜੀ ਦਰਖਤ ਦੇ ਨਾਲ ਜੁੜੀ ਹੋਈ ਏ, ਜਿੰਨੀ ਮਰਜ਼ੀ ਧੁੱਪ ਪੈਂਦੀ ਰਵੇ ਉਹਦੇ ਉੱਤੇ ਉਹਦਾ ਕੋਈ ਅਸਰ ਨਹੀਂ ਹੁੰਦਾ, ਉਹਦਾ ਕੋਈ ਰਸ ਨਹੀਂ ਸੁੱਕਦਾ। ਜੇ ਰੁੱਖ ਨਾਲੋਂ ਟੁੱਟ ਗਈ ਤੇ ਫਿਰ ਉਹਦਾ ਰਸ ਜ਼ਰੂਰ ਸੁੱਕ ਜਾਏਗਾ। ਬਿਲਕੁਲ ਇਸੇ ਤਰ੍ਹਾਂ ਸਾਡਾ ਮਨ ਰਸਹੀਨ ਹੋ ਚੁੱਕਾ ਹੈ, ਕਿਉਂਕਿ ਇਹ ਆਪਣੇ ਅਸਲੇ ਨਾਲੋਂ ਟੁੱਟਿਆ ਹੋਇਆ ਹੈ। ਅਸਲੇ ਨਾਲ ਜੁੜਨ ਵਾਸਤੇ ਸਾਨੂੰ ਸਾਧੂ ਜਨਾਂ ਦੀ ਸੰਗਤ ਦੀ ਲੋੜ ਹੈ। ਸੋ ਸੰਗਤ ਜ਼ਰੂਰ ਕਰਿਆ ਕਰੋ ਗੁਰਦੁਆਰਿਆਂ ਵਿੱਚ, ਜਾਂ ਜਿੱਥੇ ਵੀ ਕਿਤੇ ਧਰਮ ਸਥਾਨ ਤੇ ਤੁਹਾਨੂੰ ਕਿਸੇ ਮਹਾਂਪੁਰਸ਼ ਦੀ ਸੰਗਤ ਕਰਨ ਦਾ ਮੌਕਾ ਮਿਲੇ, ਉਸ ਨੂੰ ਕਦੇ ਨਾ ਛੱਡਣਾ, ਉਹ ਜ਼ਰੂਰ ਕਰਨਾ। ਕਿਉਂਕਿ ਉਸ ਸੰਗਤ ਵਿੱਚੋਂ ਸਾਨੂੰ ਜ਼ਰੂਰ ਰਸ ਮਿਲੇਗਾ ਤੇ ਉਹ ਰਸ ਸਾਡੇ ਮਨ ਨੂੰ, ਸੁੱਕੇ ਹੋਏ ਮਨ ਨੂੰ ਹਰਿਆ ਕਰ ਦੇਵੇਗਾ। ਗੁਰੂ ਸਾਹਿਬ ਆਖਦੇ ਨੇ, ਹਉ ਬਲ 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 ਸਾਧ ਜਨਾਂ ਕੋ। ਮੈਂ ਇਹੋ ਜਿਹੇ ਸਾਧੂਆਂ ਤੋਂ ਬਲਿਹਾਰ ਬਲਿਹਾਰ ਜਾਂਦਾ ਹਾਂ। 4 ਵਾਰੀ ਆਖਿਆ ਬਲ ਬਲ, ਬਲਿਹਾਰ ਜਾਂਦਾ, ਸਦਕੇ ਜਾਣਾ ਇਹੋ ਜਿਹੇ ਮਹਾਂਪੁਰਸ਼ਾਂ ਤੋਂ, ਜਿਨ੍ਹਾਂ ਮਹਾਂਪੁਰਸ਼ਾਂ ਦੀ ਸੰਗਤ ਕਰਨ ਨਾਲ ਮੇਰਾ ਮਨ ਹਰਿਆ ਹੋ ਗਿਆ, ਮੇਰੇ ਮਨ ਨੂੰ ਨਾਮ ਰਸ ਆਉਣ ਲੱਗ ਪਿਆ। ਆਪਣੇ ਚੋਂ ਆਪਾਂ ਕਿੰਨੇ ਕਹਾਂ ਮੇਰੇ ਸਮੇਤ, ਜਿਨ੍ਹਾਂ ਨੂੰ ਆਪਾਂ ਨੂੰ ਰਸ ਆਉਂਦਾ ਹੋਵੇ ਪਰਮੇਸ਼ਵਰ ਦੇ ਨਾਮ ਦਾ। ਲੱਗਦਾ ਨਹੀਂ, ਕਿਉਂਕਿ ਜਿਸ ਵੀ ਕਿਸੇ ਵਿਅਕਤੀ ਨੂੰ ਪਰਮੇਸ਼ਵਰ ਦੇ ਨਾਮ ਦਾ ਰਸ ਆਉਣ ਲੱਗ ਪੈਂਦਾ ਹੈ, ਉਹ ਫਿਰ ਅੰਨ ਰਸ ਤਿਆਗ ਦਿੰਦਾ ਹੈ। ਅੰਨ ਰਸਾਂ ਵੱਲ ਉਹਦਾ ਧਿਆਨ ਹੀ ਨਹੀਂ ਜਾਂਦਾ। ਤੇ ਸਾਡੇ ਚੋਂ ਕਿਹੜਾ ਜੀ ਦਾ ਅੰਨ ਰਸਾਂ ਵੱਲੇ ਧਿਆਨ ਨਹੀਂ ਜਾਂਦਾ। ਅਸੀਂ ਤੇ ਥੱਲੇ ਲੰਗਰ ਹਾਲ ਚੋਂ ਪਕੌੜੇ ਹੀ ਨਹੀਂ ਛੱਡ ਪਾਏ ਅਜੇ ਤੱਕ। ਬਾਕੀ ਗੱਲਾਂ ਆਪਾਂ ਕੀ ਕਰਨੀਆਂ ਨੇ, ਕਿਹੜੇ ਨਾਮ ਰਸ ਦੀਆਂ ਗੱਲਾਂ ਆਪਾਂ ਕਰਦੇ ਫਿਰਦੇ ਹਾਂ। ਮਿਲ ਸੰਗਤ ਪਾਰ ਉਤਰਿਆ। ਸੰਗਤ ਨੂੰ ਮਿਲ ਕੇ ਸਾਡੀ ਜ਼ਿੰਦਗੀ ਦਾ ਬੇੜਾ ਪਾਰ ਲੰਘਣਾ ਹੈ। ਜਿੰਨਾ ਚਿਰ ਆਪਾਂ ਚੰਗੀ ਸੰਗਤ ਵਿੱਚ ਨਹੀਂ ਬੈਠਦੇ, ਮਹਾਂਪੁਰਸ਼ਾਂ ਦੀ ਸੰਗਤ ਵਿੱਚ ਨਹੀਂ ਬੈਠਦੇ, ਉਨਾ ਚਿਰ ਸਾਡੇ ਜੀਵਨ ਦਾ ਬੇੜਾ ਡਗਮਗਾਉਂਦਾ ਰਹਿੰਦਾ। ਸ਼ੁੱਕਰਵਾਰ ਆਪਾਂ ਬਾਬਾ ਫਰੀਦ ਜੀ ਦੀ ਬਾਣੀ ਪੜ੍ਹਦੇ ਸਾਂ।
ਉਹਦੇ ਵਿੱਚ ਉਹਨਾਂ ਨੇ ਬਚਨ ਆਖਿਆ ਸੀ, ਜਿੱਧਰ ਰੱਬ ਰਜ਼ਾਏ ਵਹਿਨ ਤੇ ਦਾਊ ਗੌਂ ਕਰੇ। ਰੱਬ ਦੀ ਰਜ਼ਾ ਵਿੱਚ ਆਪਾਂ ਕਦੋਂ ਆਉਂਦੇ ਹਾਂ? ਜਦੋਂ ਅਸੀਂ ਗੁਰਮੁਖਾਂ ਦੀ ਸੰਗਤ ਵਿੱਚ ਬੈਠਦੇ ਹਾਂ। ਜਿੰਨਾ ਚਿਰ ਗੁਰਮੁਖਾਂ ਦੀ ਸੰਗਤ ਵਿੱਚ ਨਾ ਬੈਠੀਏ, ਰੱਬ ਦੀ ਰਜ਼ਾ ਹੀ ਸਮਝ ਨਹੀਂ ਆਉਂਦੀ ਕਿ ਉਹਦੀ ਰਜ਼ਾ ਹੈ ਕੀ ਹੈ ਆਖਰ। ਜਦੋਂ ਰਜ਼ਾ ਸਮਝ ਆ ਜਾਂਦੀ ਏ ਤੇ ਫਿਰ ਅਸੀਂ ਵਹਿਣ ਵਿੱਚ ਤੁਰ ਪੈਂਦੇ ਹਾਂ। ਜਿੱਧਰ ਰੱਬ ਦੀ ਰਜ਼ਾ, ਉਸ ਪਾਸੇ ਨੂੰ ਸਾਡਾ ਬਹਾਵ ਹੋ ਜਾਂਦਾ ਹੈ। ਤੇ ਜਦੋਂ ਅਸੀਂ ਵਹਿਣ ਦੇ ਵਿੱਚ ਵਹਿਈਏ, ਸਾਨੂੰ ਜ਼ੋਰ ਨਹੀਂ ਲਗਾਉਣਾ ਪੈਂਦਾ। ਜਦੋਂ ਵਹਿਣ ਦੇ ਉਲਟ ਪਾਸੇ ਨੂੰ ਜਾਈਏ ਤਾਂ ਸਾਨੂੰ ਉਹਦੇ ਨਾਲ ਪੂਰਾ ਝਗੜਾ ਕਰਨਾ ਪੈਂਦਾ ਹੈ, ਪੂਰੀ ਲੜਾਈ ਕਰਨੀ ਪੈਂਦੀ ਹੈ। ਤੇ ਫਿਰ ਵੀ ਅਸੀਂ ਚੜ੍ਹਦੇ ਪਾਸੇ ਨੂੰ ਜਾਣਾ ਸਾਡੇ ਲਈ ਬਹੁਤ ਔਖਾ ਹੁੰਦਾ ਹੈ। ਵਹਿਣ ਵਿੱਚ ਜਾਣਾ ਬੜਾ ਆਸਾਨ ਹੋ ਜਾਂਦਾ ਹੈ। ਤੇ ਰੱਬ ਦੀ ਰਜ਼ਾ ਇੱਕ ਵਹਿਣ ਦੀ ਤਰ੍ਹਾਂ ਏ, ਉਹ ਬਹਿ ਰਹੀ ਏ, ਬਸ ਉਸ ਨੂੰ ਪਹਿਚਾਨਣਾ ਹੈ। ਉਹ ਜਾਂਦੀ ਕਿੱਧਰ ਨੂੰ, ਸਾਨੂੰ ਉਹ ਕਿੱਧਰ ਲਿਜਾਣਾ ਚਾਹੁੰਦੀ ਏ, ਉਸ ਪਾਸੇ ਨੂੰ ਤੁਰ ਪੈਣਾ ਹੀ ਸਾਡੇ ਮਨੁੱਖੀ ਜੀਵਨ ਦਾ ਮਕਸਦ ਏ। ਰੱਬ ਦੀ ਰਜ਼ਾ ਵਿੱਚ ਆਉਣਾ। ਪਹਿਲੀ ਪੌੜੀ ਹੈ ਸਿੱਖੀ ਦੀ, ਹੁਕਮ ਰਜ਼ਾਈ ਚੱਲਣਾ। ਵਾਹਿਗੁਰੂ ਜੀ ਦੀ ਰਜ਼ਾ ਵਿੱਚ ਆਉਣਾ, ਉਹਦੇ ਹੁਕਮ ਵਿੱਚ ਆ ਜਾਣਾ ਤੇ ਉਹਦੇ ਮੁਤਾਬਕ ਕਰਮ ਕਮਾਉਣੇ। ਇਹ ਕਦੋਂ ਹੋਏਗਾ? ਮਿਲ ਸੰਗਤ ਪਾਰ ਉਤਰਿਆ। ਜਦੋਂ ਆਪਾਂ ਗੁਰਮੁਖਾਂ ਦੀ ਸੰਗਤ ਵਿੱਚ ਬੈਠਣਾ ਸਿੱਖ ਜਾਵਾਂਗੇ। ਸੋ ਇਹ ਸੀ ਰਾਗ ਕਾਨੜਾ। ਆਪਾਂ ਗੁਰਬਾਣੀ ਸਿਰਲੇਖ ਸਮਝ ਰਹੇ ਹਾਂ। ਇਹ ਜਿਹੜਾ ਕਾਨੜਾ ਰਾਗ ਏ, ਇਹ ਗੁਰੂ ਗ੍ਰੰਥ ਸਾਹਿਬ ਜੀ ਦਾ 28ਵਾਂ ਰਾਗ ਹੈ। ਇਹਦਾ ਗਾਉਣ ਦਾ ਵੇਲਾ ਵਿਦਵਾਨ ਲੋਕਾਂ ਨੇ ਰਾਤ ਦਾ ਦੂਜਾ ਪਹਿਰ ਨਿਰਧਾਰਿਤ ਕੀਤਾ ਹੋਇਆ ਹੈ। ਇਸ ਰਾਗ ਦੇ ਜਿਹੜੇ ਰਾਗੀ ਸੱਜਣ ਨੇ, ਉਹਨਾਂ ਨੇ 18 ਭੇਦ ਮੰਨੇ ਹੋਏ ਨੇ। ਸੋ ਰਾਗਾਂ ਦੇ ਵੱਖ-ਵੱਖ ਭੇਦ ਹੁੰਦੇ ਨੇ। ਇੱਕ ਸੁਰ ਬਦਲ ਜਾਏ ਤੇ ਰਾਗ ਬਦਲ ਜਾਂਦਾ ਹੈ। ਸੋ ਇਹਦੇ ਉੱਤੇ ਰਾਗੀ ਸਿੰਘ ਜ਼ਰੂਰ ਕੰਮ ਕਰਦੇ ਹੋਣਗੇ, ਕਰਨਾ ਵੀ ਚਾਹੀਦਾ ਕਿਉਂਕਿ ਉਹਨਾਂ ਦਾ ਵਿਸ਼ਾ ਹੈ। ਸੋ ਕਾਨੜਾ ਰਾਗ ਦੇ ਅੰਦਰ ਇੱਕ ਵਾਰ ਹੈ ਜਿਸ ਦਾ ਆਪਾਂ ਸਿਰਲੇਖ ਵੇਖਦੇ ਹਾਂ। ਕਾਨੜੇ ਕੀ ਵਾਰ, ਮਹਿਲਾ ਚੌਥਾ, ਮੂਸੇ ਕੀ ਵਾਰ ਕੀ ਧੁਨੀ। ਇਹ ਮੂਸਾ ਇੱਕ ਬੰਦੇ ਦਾ ਨਾਮ ਹੈ। ਤੇ ਮੈਂ ਦੇਖ ਰਿਹਾ ਸਾਂ ਕਿ ਇਹਨੂੰ ਮੂਸਾ ਕਿਉਂ ਲਿਖਿਆ ਹੈ। ਅਸਲ ਵਿੱਚ ਇਹ ਕੋਈ ਨਾ ਅਰਬੀ ਫਾਰਸੀ ਦੇ ਸ਼ਬਦ ਨੇ। ਜਦੋਂ ਗੁਰਮੁਖੀ ਵਿੱਚ ਆਉਂਦੇ ਨੇ ਤੇ ਉਹ ਆਪਣਾ ਰੂਪ ਵੀ ਵਟਾ ਲੈਂਦੇ ਨੇ ਤੇ ਆਪਣਾ ਉਚਾਰਨ ਵੀ ਵਟਾ ਲੈਂਦੇ ਨੇ। ਜੇ ਤੁਸੀਂ ਜਿਹੜੇ ਜਿਊਸ਼ ਪ੍ਰੋਫਿਟ ਹੋਏ ਨੇ, ਪੈਗੰਬਰ, ਉਹਨਾਂ ਨੂੰ ਅੰਗਰੇਜ਼ੀ ਵਿੱਚ ਮੌਜ਼ਿਜ਼ ਲਿਖਿਆ ਜਾਂਦਾ ਹੈ, ਪਰ ਉਹਨਾਂ ਨੂੰ ਪੰਜਾਬੀ ਵਿੱਚ ਮੂਸਾ ਹੀ ਲਿਖਦੇ ਨੇ। ਸੋ ਇਹ ਜਿਹੜਾ ਮੂਸਾ ਹੈ, ਇਹਦਾ ਨਾਂ ਤੇ ਜ਼ਰੂਰ ਕੋਈ ਹੋਰ ਹੋਵੇਗਾ, ਪਰ ਗੁਰਮੁਖੀ ਵਿੱਚ ਉਹ ਤਬਦੀਲ ਹੋ ਕੇ ਮੂਸਾ ਬਣ ਗਿਆ ਹੈ। ਇਹ ਇੱਕ ਪਠਾਨ, ਇਹਦੀ ਕਹਾਣੀ ਵੀ ਬੜੀ ਇੰਟਰਸਟਿੰਗ ਜਿਹੀ ਲੱਗੀ ਮੈਨੂੰ ਤੇ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ। ਅੱਜ ਕੱਲ੍ਹ ਦੇ ਵਕਤ ਵਿੱਚ ਇਹੋ ਜਿਹੀਆਂ ਕਹਾਣੀਆਂ ਬੜੀਆਂ ਵਾਪਰਦੀਆਂ ਨੇ ਤੇ ਸਾਨੂੰ ਇਹ ਬੜੀ ਸਿੱਖਿਆਦਾਇਕ ਕਹਾਣੀ ਵੀ ਹੈ। ਇਹ ਇੱਕ ਰਾਜੇ ਦਾ ਬੇਟਾ ਹੈ। ਰਈਸ ਹੁੰਦੇ ਸਨ ਰਾਜੇ। ਆਪਾਂ ਪਹਿਲਾਂ ਕਈ ਵਾਰੀ ਗੱਲ ਕਰ ਲਈਏ ਵੀ ਛੋਟੇ ਛੋਟੇ ਰਜਵਾੜੇ ਸਨ। ਇਹ ਜਵਾਨ ਹੋਇਆ। ਇਹਦੀ ਇੱਕ ਰਾਜੇ ਦੀ ਬੇਟੀ ਦੇ ਨਾਲ ਮੰਗਣੀ ਹੋ ਗਈ, ਅੰਗੇਜਮੈਂਟ। ਕੁਝ ਸਮੇਂ ਬਾਅਦ ਜਿਸ ਰਾਜੇ ਦੀ ਬੇਟੀ ਨਾਲ ਇਹਦੀ ਮੰਗਣੀ ਹੋਈ ਸੀ, ਉਸ ਰਾਜੇ ਨੂੰ ਕਿਸੇ ਨੇ ਆ ਕੇ ਉਹਦੇ ਕੋਲ ਚੁਗਲੀ ਕੀਤੀ ਕਿ ਜਿਹੜਾ ਉਹ ਮੂਸਾ ਹੈ ਉਹ ਚੰਗਾ ਆਦਮੀ ਨਹੀਂ। ਉਹਦੀ ਨਿੰਦਿਆ ਕੀਤੀ, ਜਾਂ ਅਸੀਂ ਇਸ ਤਰ੍ਹਾਂ ਕਹਿੰਦੇ ਹਾਂ ਉਹਦੇ
ਇਸ ਸੰਜੋਗ ਵਿੱਚ ਉਹਨੇ ਭਾਨੀ ਮਾਰੀ। ਉਸ ਦੇ ਕਾਰਨ ਉਸ ਰਾਜੇ ਨੇ ਆਪਣੀ ਬੇਟੀ ਦਾ ਵਿਆਹ ਕਿਸੇ ਹੋਰ ਰਾਜੇ ਦੇ ਬੇਟੇ ਨਾਲ ਕਰ ਦਿੱਤਾ। ਇਸ ਨੂੰ ਪਤਾ ਲੱਗਾ ਕਿ ਜਿਹੜੀ ਮੇਰੀ ਮੰਗੇਤਰ ਸੀ ਉਸ ਨੂੰ ਕੋਈ ਹੋਰ ਵਿਆਹ ਕੇ ਲੈ ਗਿਆ। ਅੱਜ ਤੇ ਇਸ ਤਰ੍ਹਾਂ ਨਹੀਂ ਹੁੰਦਾ, ਪਰ ਪੁਰਾਣੇ ਸਮੇਂ 'ਚ ਇਹ ਤੇ ਸਿਰ ਧੜ ਦੀ ਬਾਜੀ ਲਾਉਣ ਦੇ ਬਰਾਬਰ ਗੱਲ ਹੁੰਦੀ ਸੀ ਕਿ ਕਿਵੇਂ ਕੋਈ ਮੇਰੀ ਮੰਗੇਤਰ ਨੂੰ ਵਿਆਹ ਕੇ ਲੈ ਜਾਏ। ਇਸ ਨੇ ਆਪਣੇ ਫੌਜੀਆਂ ਨੂੰ ਨਾਲ ਲਿਆ ਤੇ ਉਸ ਰਾਜੇ ਦੇ ਬੇਟੇ ਤੇ ਚੜ੍ਹਾਈ ਕਰ ਦਿੱਤੀ ਜਿਹੜਾ ਇਹਦੀ ਮੰਗੇਤਰ ਨੂੰ ਵਿਆਹ ਕੇ ਲੈ ਗਿਆ ਸੀ। ਚੜ੍ਹਾਈ ਕੀਤੀ, ਇਹਦੀ ਜਿੱਤ ਹੋਈ। ਇਹਨੇ ਉਸ ਰਾਜੇ ਦੇ ਬੇਟੇ ਨੂੰ ਵੀ ਤੇ ਉਹਦੀ ਵਿਆਹੀ ਔਰਤ ਨੂੰ ਵੀ, ਦੋਨਾਂ ਨੂੰ ਕੈਦ ਵਿੱਚ ਪਾ ਕੇ ਤੇ ਆਪਣੇ ਨਗਰ ਵਿੱਚ ਲੈ ਆਇਆ। ਉੱਥੇ ਆ ਕੇ ਇਹਨਾਂ ਨੂੰ ਕੈਦਖਾਨੇ ਵਿੱਚ ਬੰਦ ਕੀਤਾ ਗਿਆ ਤੇ ਜਦੋਂ ਲੜਾਈ ਝਗੜੇ ਦਾ ਮਾਹੌਲ ਥੋੜ੍ਹਾ ਸ਼ਾਂਤ ਹੋਇਆ, ਇਹਦਾ ਦਿਮਾਗ ਠੰਡਾ ਹੋਇਆ, ਇਹ ਉਹਨਾਂ ਦੋਹਾਂ ਨੂੰ ਜਾ ਕੇ ਕੈਦਖਾਨੇ ਵਿੱਚ ਮਿਲਿਆ ਤੇ ਜਾ ਕੇ ਨੇ ਉਸ ਆਪਣੀ ਮੰਗੇਤਰ ਇਸਤਰੀ ਨੂੰ ਪੁੱਛਿਆ ਕਿ ਤੂੰ ਮੈਨੂੰ ਇੱਕ ਗੱਲ ਦੱਸ, ਤੂੰ ਹੁਣ ਇਹਦੇ ਨਾਲ ਰਹਿਣਾ ਚਾਹੁੰਦੀ ਹੈ ਕਿ ਮੇਰੇ ਨਾਲ? ਉਸ ਨੇ ਆਖਿਆ, ਮੰਗੇਤਰ ਤੇ ਮੈਂ ਤੇਰੀ ਹੀ ਸਾਂ, ਇਹਦੇ 'ਚ ਕੋਈ ਸ਼ੱਕ ਨਹੀਂ, ਪਰ ਮੇਰੇ ਬਾਪ ਨੇ, ਮੇਰੇ ਪਿਤਾ ਜੀ ਨੇ ਮੇਰਾ ਵਿਆਹ ਇਹਦੇ ਨਾਲ ਕਰ ਦਿੱਤਾ। ਹੁਣ ਮੈਂ ਇਸ ਦੀ ਔਰਤ ਹਾਂ, ਹੁਣ ਮੈਂ ਇਸ ਦੀ ਔਰਤ ਹੀ ਰਹਾਂਗੀ। ਤੂੰ ਮੈਨੂੰ ਮਾਰਨਾ ਚਾਹੇ ਮਾਰ ਸਕਦਾ ਹੈ, ਛੱਡਣਾ ਚਾਹੇ ਛੱਡ ਸਕਦਾ ਹੈ, ਉਹ ਤੇਰੀ ਮਰਜ਼ੀ ਏ, ਪਰ ਮੈਂ ਹੁਣ ਔਰਤ ਇਸ ਦੀ ਹੀ ਰਹਾਂਗੀ। ਜਦੋਂ ਉਹਨੇ ਇਹ ਬਚਨ ਸੁਣੇ ਉਸ ਬੇਟੀ ਦੇ ਤੇ ਮਨ ਤੇ ਬੜਾ ਚੰਗਾ ਅਸਰ ਪਿਆ। ਉਸੇ ਵਕਤ ਉਹਨਾਂ ਦੋਹਾਂ ਨੂੰ ਬੜੀ ਇੱਜ਼ਤ ਦੇ ਨਾਲ ਤੋਹਫਾ ਦੇ ਕੇ ਉਹਨਾਂ ਨੂੰ ਰਿਹਾ ਕੀਤਾ ਕਿ ਜਾਓ ਤੁਸੀਂ ਆਪਣੇ ਘਰ ਸੁੱਖ ਨਾਲ ਵਸੋ। ਸੋ ਇਸ ਕਹਾਣੀ 'ਚੋਂ ਸਾਨੂੰ ਵੀ ਕੁਝ ਨਾ ਕੁਝ ਸਿੱਖਿਆ ਤੇ ਲੈਣੀ ਹੀ ਚਾਹੀਦੀ ਏ। ਜੇ ਆਪਾਂ ਵੀ ਸਿੱਖਿਆ ਲਈਏ ਤੇ ਕਾਫੀ ਚੀਜ਼ਾਂ ਇਹਦੇ ਵਿੱਚੋਂ ਉੱਭਰ ਕੇ ਸਾਹਮਣੇ ਆਉਂਦੀਆਂ ਨੇ ਜੋ ਸਾਡੀ ਜ਼ਿੰਦਗੀ ਨਾਲ ਸੰਬੰਧਿਤ ਨੇ। ਅਸੀਂ ਵੀ ਬਹੁਤ ਥਾਵਾਂ ਤੇ ਆਪਣੇ ਬੱਚਿਆਂ ਨਾਲ ਵੀ ਧੱਕਾ ਕਰਦੇ ਹਾਂ, ਆਪਣੇ ਪਰਿਵਾਰਾਂ ਵਿੱਚ ਵੀ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ ਤੇ ਸਾਨੂੰ ਸਮਝ ਲੈਣਾ ਚਾਹੀਦਾ ਹੈ ਇਹੋ ਜਿਹੀਆਂ ਕਹਾਣੀਆਂ ਵੀ ਸਾਡੀ ਜ਼ਿੰਦਗੀ ਵਿੱਚ ਵਾਪਰਦੀਆਂ ਹੀ ਹੁੰਦੀਆਂ ਨੇ ਤੇ ਵਾਪਰਦੀਆਂ ਨੇ ਤੇ ਸਾਨੂੰ ਕੁਝ ਨਾ ਕੁਝ ਸੇਧ ਲੈ ਕੇ ਉਹ ਕੰਮ ਕਰਨੇ ਚਾਹੀਦੇ ਨੇ ਜਿਹੜੇ ਸਾਡੇ ਸਮਾਜ ਨੂੰ ਚੰਗੇ ਲੱਗਦੇ ਹੋਣ। ਅਸੀਂ ਸਮਾਜਿਕ ਜੀਵ ਹਾਂ, ਸਮਾਜਿਕ ਪ੍ਰਾਣੀ ਹਾਂ ਤੇ ਸਮਾਜ ਤੋਂ ਟੁੱਟਣ ਨਾਲ ਅਸੀਂ ਦੁਖੀ ਹੋਵਾਂਗੇ। ਸਮਾਜ ਨਾਲ ਜੁੜੇ ਰਹਿਣ ਦੇ ਨਾਲ ਸਾਡਾ ਜੀਵਨ ਬਿਹਤਰੀਨ ਢੰਗ ਨਾਲ ਬਸਰ ਹੋ ਸਕਦਾ ਹੈ। ਸੋ ਇਸ ਵਾਰ ਦੇ ਅੰਦਰ ਗੁਰੂ ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਲਿਖਿਆ ਹੈ, ਰਾਮ ਨਾਮ ਨਿਧਾਨ ਹਰ, ਗੁਰਮਤਿ ਰਖ ਉਰ ਧਾਰ। ਗੁਰੂ ਦੀ ਮੱਤ ਨੂੰ ਧਾਰਨ ਕਰੋ। ਗੁਰੂ ਦੀ ਮੱਤ ਸਾਨੂੰ ਚੰਗੇ ਸਮਾਜਿਕ ਪ੍ਰਾਣੀ ਬਣਾਉਂਦੀ ਏ। ਗੁਰੂ ਦੀ ਮੱਤ ਸਾਨੂੰ ਸਮਾਜ ਨਾਲੋਂ ਟੁੱਟਣ ਲਈ ਨਹੀਂ ਆਖਦੀ। ਗੁਰੂ ਦੀ ਮੱਤ ਸਾਨੂੰ ਸਮਾਜ ਦਾ ਵਿਰੋਧ ਕਰਨ ਲਈ ਵੀ ਨਹੀਂ ਆਖਦੀ, ਸਗੋਂ ਸਮਾਜ ਦੇ ਨਾਲ ਮਿਲ ਕੇ ਚੱਲਣ ਦੀ ਪ੍ਰੇਰਨਾ ਕਰਦੀ ਏ। ਪਰ ਇੱਕ ਗੱਲ ਗੁਰਮਤਿ ਸਾਨੂੰ ਕਹਿੰਦੀ ਹੈ, ਰੱਬ ਨਾਲੋਂ ਨਹੀਂ ਟੁੱਟਣਾ। ਤੁਹਾਨੂੰ ਸਮਾਜ, ਅਸੀਂ ਉਸ ਨੂੰ ਵੀ ਤੇ ਸਮਾਜ ਹੀ ਕਹਿੰਦੇ ਹਾਂ ਜਿਹੜੇ ਲੋਕ ਇਕੱਠੇ ਹੋ ਕੇ ਸ਼ਰਾਬ ਪੀਂਦੇ ਨੇ, ਜਿਹੜੇ ਲੋਕ ਇਕੱਠੇ ਹੋ ਕੇ ਵਿਕਾਰ ਭੋਗਦੇ ਨੇ, ਉਹ ਵੀ ਤੇ ਇੱਕ ਸਮਾਜ ਹੀ ਏ। ਪਰ ਜਦੋਂ ਅਸੀਂ ਗੁਰੂ ਦੀ ਮੱਤ ਨਾਲ ਜੁੜ ਕੇ ਸਮਾਜ ਵਿੱਚ ਵਿਚਰਦੇ ਹਾਂ ਤੇ ਸਾਨੂੰ ਸਮਝ ਆ ਜਾਂਦੀ ਹੈ ਸਮਾਜ ਦੇ ਵਿੱਚ ਬੁਰਾਈਆਂ ਕੀ ਨੇ ਤੇ ਸਮਾਜ ਵਿੱਚ ਚੰਗਿਆਈਆਂ ਕੀ ਨੇ।
ਸੋ ਗੁਰੂ ਦੀ ਮੱਤ ਤੇ ਚੱਲ ਕੇ ਸਾਨੂੰ ਸਮਾਜਿਕ ਚੰਗਿਆਈਆਂ ਜਿਹੜੀਆਂ ਨੇ ਉਹ ਜ਼ਰੂਰ ਅਪਣਾ ਲੈਣੀਆਂ ਚਾਹੀਦੀਆਂ ਨੇ, ਤੇ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਉਹਨਾਂ ਦਾ ਹਰ ਹਾਲਤ ਵਿੱਚ ਤਿਆਗ ਕਰਨਾ ਚਾਹੀਦਾ ਹੈ। ਅੱਜ ਇਕੱਲੇ ਪੰਜਾਬ ਵਿੱਚ ਨਹੀਂ, ਪੂਰੀ ਦੁਨੀਆ ਦੇ ਅੰਦਰ ਬੁਰਾਈਆਂ ਦਾ ਬੜਾ ਬੋਲਬਾਲਾ ਹੈ, ਤੇ ਸਾਨੂੰ ਸਭਨਾਂ ਨੂੰ ਚਾਹੀਦਾ, ਜਿੰਨੇ ਵੀ ਲੋਕ ਬੁਰਾਈਆਂ ਵਿੱਚ ਇਨਵੋਲਵ ਹੁੰਦੇ ਨੇ, ਉਹ ਗੁਰੂ ਦੀ ਮੱਤ ਲੈਣ, ਬਜ਼ੁਰਗਾਂ ਦੀ ਮੱਤ ਲੈਣ, ਸਾਧੂਆਂ ਦੀ ਮੱਤ ਲੈਣ, ਤੇ ਇਹਨਾਂ ਬੁਰਾਈਆਂ ਦਾ ਤਿਆਗ ਕਰ ਦੇਣ। ਅੱਜ ਸਭ ਤੋਂ ਵੱਡੀ ਬਿਮਾਰੀ ਜੋ ਪੰਜਾਬ ਵਿੱਚ, ਉਸ ਨੂੰ ਨਸ਼ਾ ਆਖਦੇ ਨੇ। ਜਦੋਂ ਸਾਡੇ ਬਜ਼ੁਰਗ ਨਹੀਂ ਨਸ਼ੇ ਛੱਡਦੇ, ਤੇ ਜਵਾਨਾਂ ਨੂੰ ਕਿਵੇਂ ਕਵਾਂਗੇ ਕਿ ਤੁਸੀਂ ਨਾ ਪੀਓ, ਤੁਸੀਂ ਨਾ ਨਸ਼ੇ ਕਰੋ। ਸਭ ਤੋਂ ਪਹਿਲਾਂ ਸਾਡੇ ਬਜ਼ੁਰਗਾਂ ਨੂੰ ਚਾਹੀਦਾ ਕਿ ਉਹ ਬੱਚਿਆਂ ਵਾਸਤੇ ਇੱਕ ਮਾਰਗ ਦਰਸ਼ਕ ਬਣਨ। ਬਜ਼ੁਰਗ ਲੋਕ ਨਸ਼ਿਆਂ ਤੋਂ ਮੁਕਤ ਹੋਣ। ਮੈਂ ਆਪਣੇ ਘਰਾਂ ਵਿੱਚ ਵੇਖਿਆ ਕਿ ਬਜ਼ੁਰਗ ਲੋਕ ਜਦੋਂ ਸ਼ਾਮ ਨੂੰ ਬਹਿ ਕੇ ਪੀਂਦੇ, ਤੇ ਛੋਟੇ ਛੋਟੇ ਬੱਚਿਆਂ ਨੂੰ ਵੀ ਸੱਦ ਲੈਂਦੇ, ਤੇ ਇੱਕ ਘੁੱਟ ਜਿਹੀ ਪਾ ਕੇ 2 ਬੂੰਦਾਂ ਵਿੱਚ ਪਾਣੀ ਪਾ ਕੇ, ਲੈ ਪੁੱਤ ਪੀ, ਬੋਦਾ ਵੱਡਾ ਹੋ ਜਾਏਗਾ। ਉਹ ਬੋਦੇ ਵੱਡੇ ਕਰਦਿਆਂ ਕਰਦਿਆਂ ਇੱਥੋਂ ਤੱਕ ਹਾਲਾਤ ਪਹੁੰਚ ਗਏ ਨੇ ਕਿ ਨੌਜਵਾਨ ਖੁਦਕੁਸ਼ੀਆਂ ਕਰ ਰਹੇ ਨੇ, ਜਾਂ ਉਸ ਨਸ਼ੇ ਦੇ ਵਹਿਣ ਵਿੱਚ ਉਹ ਆਪਣੀ ਮੌਤੇ, ਅਨਿਆਈ ਮੌਤੇ ਮਰ ਰਹੇ ਨੇ। ਇਹ ਸਭ ਕਿਉਂ ਵਾਪਰਦਾ ਹੈ? ਕਿਉਂਕਿ ਅਸੀਂ ਗੁਰੂ ਦੀ ਮੱਤ ਤੋਂ ਟੁੱਟੇ ਹੋਏ ਹਾਂ, ਤੇ ਸਾਡਾ ਮਨ ਉਸ ਦਰਖਤ ਨਾਲੋਂ ਟੁੱਟੀ ਹੋਈ ਲੱਕੜ ਦੀ ਤਰ੍ਹਾਂ ਸੁੱਕ ਚੁੱਕਾ ਹੈ। ਸਾਨੂੰ ਆਪਣੇ ਅਸਲੇ ਨਾਲ ਜੁੜਨ ਦੀ ਜ਼ਰੂਰਤ ਹੈ। ਜਦੋਂ ਅਸੀਂ ਅਸਲੇ ਨਾਲ ਜੁੜਾਂਗੇ, ਤੇ ਫਿਰ ਅਸੀਂ ਜਦੋਂ ਗੁਰਮਤਿ ਨੂੰ ਰੱਖ ਉਰ ਧਾਰ ਦਾ ਮਤਲਬ ਹੁੰਦਾ ਹੈ, ਉਰ ਮੈਨੇ ਹੁੰਦਾ ਹਿਰਦਾ, ਧਾਰ ਮੈਨੇ ਧਾਰਨ ਕਰਕੇ ਰੱਖ ਹਿਰਦੇ ਵਿੱਚ। ਇਹ ਜਿਹੜੀ ਗੁਰੂ ਦੀ ਮੱਤ ਏ, ਇਹ ਰਾਮ ਨਾਮ ਨਿਧਾਨ ਹਰ। 9 ਖਜ਼ਾਨੇ ਨੇ ਜੀ ਇਸ ਪੂਰੀ ਦੁਨੀਆ ਦੇ ਅੰਦਰ ਦੌਲਤ ਦੇ। ਉਹ 9 ਖਜ਼ਾਨੇ ਹੀ ਤੁਹਾਨੂੰ ਮਿਲ ਜਾਣਗੇ ਜੇ ਤੁਸੀਂ ਪ੍ਰਭੂ ਦੇ ਨਾਮ ਨੂੰ ਅੰਦਰ ਧਾਰਨ ਕਰ ਲਵੋ। ਫਿਰ ਸਾਡੀ ਇਹ ਜਿਹੜੀ ਬਾਹਰ ਦੀ ਭਟਕਣਾ ਹੈ, ਇਹ ਖਤਮ ਹੋ ਜਾਏਗੀ, ਇਹ ਮੁੱਕ ਜਾਏਗੀ। ਸਾਨੂੰ ਅੱਜ ਕਿਹੜੀ ਚੀਜ਼ ਵਧੇਰੇ ਭਟਕਾ ਰਹੀ ਹੈ? ਸਾਡੇ ਜੀਵਨ ਤੋਂ ਕਿਹੜੀ ਚੀਜ਼ ਸਾਨੂੰ ਪਾਸੇ ਦੂਰ ਲਿਜਾ ਰਹੀ ਹੈ? ਸਭ ਤੋਂ ਵੱਡੀ ਲਾਲਸਾ ਹੈ ਮਾਇਆ ਦੀ। ਭਾਵੇਂ ਉਹ ਹਰ ਚੀਜ਼ ਮਾਇਆ ਹੁੰਦੀ ਹੈ ਜਿਹੜੀ ਸਾਨੂੰ ਰੱਬ ਨਾਲੋਂ ਤੋੜਦੀ ਏ, ਪਰ ਅੱਜ ਦੇ ਜ਼ਮਾਨੇ ਵਿੱਚ ਵਧੇਰੇ ਕਰਕੇ ਪੈਸਾ ਸਾਨੂੰ ਖਿੱਚ ਪਾ ਰਿਹਾ। ਪੈਸੇ ਦੇ ਕਾਰਨ ਹੀ ਪੂਰੀ ਦੁਨੀਆ ਵਿੱਚ ਕਤਲੋ ਗਾਰਦ ਹੋ ਰਹੀ ਏ। ਲੋਕ ਚੰਦ ਪੈਸਿਆਂ ਬਦਲੇ ਇੱਕ ਦੂਜੇ ਦਾ ਕਤਲ ਕਰਦੇ ਵੇਖੇ ਜਾ ਸਕਦੇ ਨੇ। ਪਰ ਗੁਰੂ ਜੀ ਆਖਦੇ ਨੇ, ਤੈਨੂੰ ਜੇ ਤੂੰ ਪਰਮੇਸ਼ਵਰ ਦੇ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇਂ, ਗੁਰੂ ਦੀ ਮੱਤ ਨੂੰ ਹਿਰਦੇ ਵਿੱਚ ਧਾਰਨ ਕਰ ਲਵੇਂ, ਤੇ ਤੈਨੂੰ 9 ਨਿਧੀਆਂ ਮਿਲ ਸਕਦੀਆਂ ਨੇ। ਇਹ ਜਿਹੜੀਆਂ 9 ਨਿਧੀਆਂ ਨੇ, ਇਹ ਪੂਰੀ ਦੁਨੀਆ ਦੇ ਪੂਰੇ ਖਜ਼ਾਨੇ ਹਨ। ਤੇ ਜਿਸ ਨੂੰ ਇਹ 9 ਨਿਧੀਆਂ ਮਿਲ ਜਾਣ, ਉਹਦੇ ਤੇ ਪਿੱਛੇ ਪਿੱਛੇ ਮਾਇਆ ਦੌੜੀ ਫਿਰਦੀ, ਉਹਨੂੰ ਮਾਇਆ ਦੀ ਜ਼ਰੂਰਤ ਨਹੀਂ ਰਹਿ ਜਾਂਦੀ। ਉਹ ਬੰਦਾ ਫਿਰ ਇਸ ਤਰ੍ਹਾਂ ਵਿਚਰਦਾ ਜਿਵੇਂ ਉਹਨੇ ਸੂਰਜ ਵੱਲ ਮੂੰਹ ਕੀਤਾ ਹੋਵੇ ਤੇ ਤੁਰਿਆ ਜਾ ਰਿਹਾ ਹੋਵੇ ਵਾਹ ਦਾਈ, ਤੇ ਉਹਦਾ ਪਰਛਾਵਾਂ ਪਿੱਛੇ ਦੌੜਿਆ ਆਉਂਦਾ ਹੋਵੇ। ਇਹ ਮਾਇਆ ਇਸ ਤਰ੍ਹਾਂ ਉਹਦੇ ਪਿੱਛੇ ਆਉਂਦੀ ਹੈ ਜਿਹੜੇ ਰੱਬ ਵੱਲ ਮੂੰਹ ਕਰਕੇ ਤੁਰਦੇ ਨੇ। ਤੇ ਜਿਹੜੇ ਲੋਕ ਸੂਰਜ ਵੱਲ ਪਿੱਠ ਕਰਦੇ ਨੇ, ਉਹਨਾਂ ਦਾ ਪਰਛਾਵਾਂ ਉਹਨਾਂ ਦੇ ਅੱਗੇ ਦੌੜਦਾ ਹੈ, ਪਿੱਛੇ ਨਹੀਂ ਆਉਂਦਾ। ਜਿਨ੍ਹਾਂ ਲੋਕਾਂ ਨੇ ਰੱਬ ਵੱਲ ਪਿੱਠ ਕੀਤੀ, ਇਹ 9 ਨਿਧੀਆਂ ਉਹਨਾਂ ਦੇ ਅੱਗੇ ਅੱਗੇ ਦੌੜਦੀਆਂ। ਅਸੀਂ ਸਾਰੀ ਜ਼ਿੰਦਗੀ ਇਹਨਾਂ ਦੇ ਪਿੱਛੇ ਦੌੜਦੇ ਹਾਂ। ਇਹਨਾਂ 9 ਨਿਧੀਆਂ ਨੂੰ ਫੜਨ ਲਈ ਅਸੀਂ ਸਾਰੀ ਜ਼ਿੰਦਗੀ ਲਗਾ ਦਿੰਦੇ ਹਾਂ। ਇੱਥੋਂ ਤੱਕ ਮੈਂ ਪਹੁੰਚਣਾ, ਇੰਨੇ ਅਰਬ ਬਣਾਉਣੇ ਨੇ, ਇੰਨੇ ਕਰੋੜ ਬਣਾਉਣੇ ਨੇ, ਤੇ ਸਾਰੀ ਜ਼ਿੰਦਗੀ ਲਾ ਕੇ ਚਲੇ ਜਾਂਦੇ ਹਾਂ। ਚਲੋ ਜੇ ਕਿਸੇ ਬਣਾ ਵੀ ਲਏ ਹੋਣ, ਤੇ ਕੀ ਨਾਲ ਤੁਰਨ ਲੱਗਿਆ ਉਹ ਨਾਲ ਤੁਰਦੇ ਨੇ ਸਾਡੇ? ਉਹ ਸਭ ਖਜ਼ਾਨੇ ਇੱਥੇ ਦੇ ਨੇ, ਇੱਥੇ ਹੀ ਰਹਿ ਜਾਂਦੇ ਨੇ। ਗੁਰੂ ਜੀ ਨੇ ਆਖਿਆ, ਦਾਸਨ ਦਾਸਾ ਹੋਏ ਰਹੋ,
ਹਉਮੈ ਵਿਖਿਆ ਮਾਰ। ਵਿਖਿਆ ਦਾ ਮਤਲਬ ਹੁੰਦਾ ਹੈ ਜ਼ਹਿਰ। ਹਉਮੈ ਸਾਡੇ ਅੰਦਰ ਕਦੋਂ ਪੈਦਾ ਹੁੰਦੀ ਹੈ? ਗਰੀਬਾਂ ਅੰਦਰ ਜਿਹੜੀ ਹਉਮੈ ਆ ਘੱਟ ਹੁੰਦੀ ਹੈ ਤੇ ਅਮੀਰਾਂ ਵਿੱਚ ਵਧੇਰੇ ਹੁੰਦੀ ਹੈ। ਜਾਂ ਜਿਨ੍ਹਾਂ ਦੇ ਕੋਲ ਕੁਝ ਹੈ ਉਹਨਾਂ ਦੇ ਕੋਲ ਹਉਮੈ ਵੀ ਜ਼ਿਆਦਾ ਹੁੰਦੀ ਹੈ। ਜਿਨ੍ਹਾਂ ਦੇ ਕੋਲ ਹੈ ਹੀ ਕੁਝ ਨਹੀਂ, ਉਹਨਾਂ ਕੋਲ ਹਉਮੈ ਕਾਹਦੀ ਹੋਣੀ ਹੈ? ਹਉਮੈ ਵਿਖਿਆ ਮਾਰ। ਇਸ ਹਉਮੈ ਦੇ ਜ਼ਹਿਰ ਨੂੰ ਅੰਦਰੋਂ ਮਾਰ ਦੇ, ਖਤਮ ਕਰ ਦੇ। ਇਹ ਹਉਮੈ ਵਾਲੀ ਜ਼ਹਿਰ ਮਰੇਗੀ ਕਿਵੇਂ? ਗੁਰੂ ਜੀ ਨੇ ਦੱਸਿਆ, ਦਾਸਨ ਦਾਸਾ ਹੋਏ ਰਹੋ। ਜਿਹੜੇ ਸਾਧੂਆਂ ਦੇ ਦਾਸ ਹੁੰਦੇ ਨੇ ਨਾ, ਸਾਧੂਆਂ ਦੇ ਸੇਵਕ ਹੁੰਦੇ ਨੇ, ਗੁਰੂਆਂ ਦੇ ਸੇਵਕ ਹੁੰਦੇ ਨੇ, ਤੂੰ ਉਹਨਾਂ ਦਾ ਸੇਵਕ ਬਣ ਕੇ ਰਹਿ। ਜਿੰਨਾ ਚਿਰ ਤੂੰ ਕੁਝ ਬਣ ਕੇ ਤੁਰੇਂਗਾ ਤੇ ਹਉਮੈ ਤੇਰੇ ਨਾਲ ਤੁਰੇਗੀ। ਜਿੱਦਣ ਤੂੰ ਆਪਨੱਤ ਭਾਵ ਛੱਡ ਕੇ ਤੁਰੇਂਗਾ, ਮੈਂ ਤੇ ਇਹਦਾ ਸੇਵਕ ਹਾਂ, ਮੈਂ ਤੇ ਇਹਦਾ ਦਾਸ ਹਾਂ, ਹਉਮੈ ਦਾ ਅਭਾਵ ਸਹਿਜ ਸੁਭਾਏ ਹੋਣਾ ਸ਼ੁਰੂ ਹੋ ਜਾਏਗਾ। ਪਰ ਸਾਡੇ ਵਿੱਚ ਕਿੰਨੇ ਕੁ ਲੋਕ ਨੇ ਜਿਹੜੇ ਆਪਨੱਤ ਛੱਡ ਕੇ ਤੇ ਕਿਸੇ ਦਾ ਸੇਵਕ ਜਾਂ ਕਿਸੇ ਦਾ ਦਾਸ ਬਣ ਕੇ ਤੁਰਨ ਲਈ ਤਿਆਰ ਨੇ। ਵਧੇਰੇ ਗਿਣਤੀ ਮਾਲਕ ਬਣ ਕੇ ਤੁਰਨ ਨੂੰ ਤਿਆਰ ਹੈ ਸਾਡੀ ਮਨੁੱਖਤਾ ਦੀ। ਸੋ ਜਿੰਨਾ ਚਿਰ ਅਸੀਂ ਇਸ ਢੰਗ ਨਾਲ ਜ਼ਿੰਦਗੀ ਜੀਵਾਂਗੇ, ਅਸੀਂ ਹਉਮੈ ਵਿੱਚ ਗਰਸੇ ਰਹਾਂਗੇ। ਹਉਮੈ ਇੱਕ ਜ਼ਹਿਰ ਹੈ ਤੇ ਜਿਹਦੇ ਅੰਦਰ ਜ਼ਹਿਰ ਜਾਏਗੀ ਉਹ ਹਰ ਹਾਲਤ ਵਿੱਚ ਮਰੇਗਾ। ਉਹ ਅਮੀਰ ਹੋਵੇ ਚਾਹੇ ਉਹ ਗਰੀਬ ਹੋਵੇ, ਚਾਹੇ ਉਹ ਗਿਆਨੀ ਹੋਵੇ ਚਾਹੇ ਉਹ ਅਗਿਆਨੀ ਹੋਵੇ, ਅੰਦਰ ਜ਼ਹਿਰ ਜਾਏਗੀ। ਜ਼ਹਿਰ ਦਾ ਕਰਮ ਹੈ, ਉਸ ਨੇ ਆਪਣਾ ਕਰਮ ਕਰਨਾ ਹੈ ਤੇ ਉਹ ਪ੍ਰਾਣੀ ਹਰ ਹਾਲਤ ਵਿੱਚ ਮਰੇਗਾ ਜਿਸ ਦੇ ਅੰਦਰ ਹਉਮੈ ਰੂਪ ਜ਼ਹਿਰ ਹੋਏਗੀ। ਇਸ ਹਉਮੈ ਰੂਪ ਜ਼ਹਿਰ ਨੂੰ ਮਾਰਨਾ ਕਿਵੇਂ ਆ? ਦਾਸਨ ਦਾਸਾ ਹੋਏ ਰਹੋ। ਇਹਦਾ ਭਾਵ ਹੁੰਦਾ ਹੈ ਨਿਮਰਤਾ ਵਿੱਚ ਆਉਣਾ। ਇਹ ਹਉਮੈ ਤੇ ਨਿਮਰਤਾ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਇਸ ਤਰ੍ਹਾਂ ਮੰਨ ਲਵੋ। ਹਉਮੈ ਖਤਮ ਨਹੀਂ ਹੋਣੀ, ਇਸ ਨੂੰ ਸਿਰਫ ਤਬਦੀਲ ਕਰਨਾ ਹੈ। ਸਿੱਕੇ ਦੇ ਉਸ ਪਾਸੇ ਵੱਲ ਝਾਤੀ ਮਾਰੀਏ ਜਿਹੜਾ ਹਉਮੈ ਤੋਂ ਦੂਸਰੇ ਪਾਸੇ ਵਾਲਾ ਹੈ, ਉਧਰ ਹੈ ਨਿਮਰਤਾ। ਸਾਡੇ ਅੰਦਰ ਨਿਮਰਤਾ ਆ ਜਾਏ, ਸਾਡੇ ਅੰਦਰ ਹਲੀਮੀ ਆ ਜਾਏ, ਸਾਡੇ ਅੰਦਰ ਇਹ ਚੰਗੇ ਗੁਣ ਆ ਜਾਣ ਤੇ ਹਉਮੈ ਰੂਪੀ ਜ਼ਹਿਰ ਆਪਣੇ ਆਪ ਮਰ ਜਾਏਗੀ। ਫਿਰ ਇਹਨੂੰ ਮਾਰਨਾ ਨਹੀਂ ਪਵੇਗਾ। ਸੋ ਆਪਾਂ ਕੋਸ਼ਿਸ਼ ਕਰੀਏ ਦਾਸਾਂ ਦੇ ਦਾਸ ਹੋਈਏ, ਸੇਵਕਾਂ ਦੇ ਸੇਵਕ ਬਣੀਏ। ਆਪਣੇ ਮਨ ਵਿੱਚ ਇੰਨੀ ਨਿਮਰਤਾ ਲੈ ਆਈਏ ਤੇ ਫਿਰ ਸਾਡੇ ਕੋਲ 9 ਨਿਧੀਆਂ ਰੂਪ ਖਜ਼ਾਨੇ ਆਪਣੇ ਆਪ ਆ ਜਾਣਗੇ ਤੇ ਫਿਰ ਸਾਨੂੰ ਇਸ ਮਾਇਆ ਦੇ ਪਿੱਛੇ ਦੌੜਨ ਦੀ ਲੋੜ ਨਾ ਰਹਿ ਜਾਏਗੀ। ਮਨ ਸ਼ਾਂਤ ਤੇ ਅਡੋਲ ਹੋ ਜਾਏਗਾ। ਅਗਲਾ ਸਿਰਲੇਖ ਹੈ ਗੁਰਬਾਣੀ ਦੇ ਅੰਦਰ ਰਾਗ ਕਲਿਆਣ। ਕਲਿਆਣ ਦਾ ਜੋ ਗਾਇਨ ਕਰਨ ਦਾ ਵੇਲਾ ਹੈ, ਰਾਤ ਦਾ ਪਹਿਲਾ ਪਹਿਰ ਹੈ, ਯਾਨੀ ਸ਼ਾਮੀ 6 ਵਜੇ ਤੋਂ 9 ਵਜੇ ਤੱਕ ਰਾਗੀ ਸਿੰਘਾਂ ਨੂੰ ਇਹਦੇ ਬਾਰੇ ਵਧੇਰੀ ਜਾਣਕਾਰੀ ਹੋਏਗੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਇਹ 29ਵਾਂ ਰਾਗ ਹੈ। ਆਪਾਂ ਪਿੱਛੇ ਸਮਝਿਆ ਸੀ ਟੋਟਲ 31 ਰਾਗ ਨੇ ਮੁੱਖ ਰੂਪ ਵਿੱਚ। 29ਵਾਂ ਰਾਗ ਹੈ ਕਲਿਆਣ ਰਾਗ। ਇਹ ਸਾਡੀ ਕਲਿਆਣ ਜ਼ਰੂਰ ਕਰੇਗਾ ਜੇ ਅਸੀਂ ਸਮਝ ਗਏ ਕੋਈ ਗੱਲ ਤੇ। ਜੇ ਨਾ ਸਮਝੇ ਫਿਰ ਅਸੀਂ ਗੁਰਦੁਆਰੇ ਵੇਖੋ ਫੇਰੇ ਤੇ ਮਾਰਦੇ ਹੀ ਆ ਪਏ, ਤੇ ਫੇਰੇ ਮਾਰਨ ਨਾਲ ਕੋਈ ਗੱਲ ਨਹੀਂ ਬਣਨੀ। ਕੰਮ ਕਰਨਾ ਪੈਣਾ। ਤੁਸੀਂ ਕਿਸੇ ਕੰਪਨੀ 'ਚ ਭਾਵੇਂ ਦਿਹਾੜੀ ਦੇ 10 ਫੇਰੇ ਮਾਰ ਕੇ ਆ ਜਾਓ, ਉਹਨੇ ਤੁਹਾਨੂੰ ਕੋਈ ਸੈਲਰੀ ਨਹੀਂ ਦੇਣੀ। ਤੁਹਾਨੂੰ ਤਨਖਾਹ ਉਦੋਂ ਮਿਲਣੀ ਸ਼ੁਰੂ ਹੋਏਗੀ ਜਦੋਂ ਤੁਸੀਂ ਉਸ ਕੰਪਨੀ 'ਚ ਕੰਮ ਕਰਨਾ ਸ਼ੁਰੂ ਕਰੋਗੇ। ਗੁਰਦੁਆਰਿਆਂ, ਮੰਦਰਾਂ, ਮਸੀਤਾਂ, ਧਰਮ ਸਥਾਨਾਂ ਤੇ ਡੇਰਿਆਂ ਤੇ ਆਸ਼ਰਮਾਂ ਤੇ ਫੇਰੇ ਮਾਰੀ ਜਾਓ, ਕੁਝ ਨਹੀਂ ਮਿਲਣ ਵਾਲਾ। ਕੁਝ ਕਰਨਾ ਪੈਣਾ ਹੈ, ਫਿਰ ਕਲਿਆਣ ਹੋਏਗੀ। ਕਲਿਆਣ ਕਿਵੇਂ ਹੋਏਗੀ? ਚੌਥੇ ਪਾਤਸ਼ਾਹ ਮਹਾਰਾਜ ਜੀ ਨੇ ਆਖਿਆ, ਰਾਮਾ ਰਮ, ਰਮ ਜਾਓ ਰਾਮ ਵਿੱਚ।
ਸੁਰਤ ਜੋੜ ਲਵੋ ਉਹਦੇ ਵਿੱਚ। ਕੰਮ ਧੰਦੇ ਕਰਦਿਆਂ ਸੁਰਤ ਨੂੰ ਨਾ ਟੁੱਟਣ ਦਿਓ। ਗੱਲਾਂ ਬਾਤਾਂ ਕਰਦਿਆਂ ਸੁਰਤ ਨੂੰ ਕੰਟਰੋਲ 'ਚ ਰੱਖੋ, ਉਹਦੇ ਨਾਲ ਜੋੜ ਕੇ ਰੱਖੋ। ਰਾਮਾ ਰਮ, ਰਾਮੈ ਅੰਤ ਨਾ ਪਾਇਆ। ਉਹਦੇ ਵਿੱਚ ਰਮ ਜਾਓ, ਜਿਸ ਰਾਮ ਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ। ਦਸ਼ਰਥ ਦੇ ਪੁੱਤਰ ਦੀ ਗੱਲ ਨਹੀਂ ਜੀ ਇੱਥੇ ਹੋ ਰਹੀ। ਇੱਥੇ ਗੱਲ ਹੋ ਰਹੀ ਹੈ ਜਿਹੜਾ ਰਮਿਆ ਹੋਇਆ ਪੂਰਿਆਂ ਬ੍ਰਹਿਮੰਡਾਂ ਖੰਡਾਂ ਦੇ ਵਿੱਚ, ਜਿਸ ਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਪਾਇਆ, ਉਹਦੇ ਵਿੱਚ ਰਮ ਜਾਓ। ਹਮ ਬਾਰਿਕ ਪ੍ਰਤਿਪਾਰੇ ਤੁਮਰੇ, ਤੁਮ ਬੜ ਪੁਰਖ ਪਿਤਾ ਮੇਰਾ ਮਾਇਆ। ਇਸ ਤਰ੍ਹਾਂ ਰਮ ਜਾਓ ਜਿਵੇਂ ਛੋਟਾ ਜਿਹਾ ਬੱਚਾ ਮਾਂ ਦੀ ਗੋਦ ਵਿੱਚ ਜਦੋਂ ਹੁੰਦਾ ਹੈ, ਉਹਨੂੰ ਤੇ ਆਪਣੀ ਮਾਂ ਵਿੱਚ ਕੋਈ ਫਰਕ ਨਹੀਂ ਨਜ਼ਰ ਆਉਂਦਾ। ਉਹਨੂੰ ਉਹ ਮਾਂ ਤੇ ਬੱਚਾ ਦੋਵੇਂ ਜਣੇ ਇੱਕ ਹੀ ਮਹਿਸੂਸ ਹੁੰਦੇ ਨੇ। ਇਸ ਤਰ੍ਹਾਂ ਰਮ ਜਾਣਾ ਹੈ ਆਪਣੇ ਮਾਤਾ ਪਿਤਾ ਵਿੱਚ। ਸਾਡਾ ਮਾਤਾ ਪਿਤਾ ਹੈ ਪਰਮੇਸ਼ਵਰ। ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇ ਹਾਕਾੜਾ ਜੀਓ। ਸਾਰੇ ਡਰ ਖਤਮ ਹੋ ਜਾਣਗੇ ਜਦੋਂ ਸਾਨੂੰ ਇਹ ਸਮਝ ਆ ਗਈ ਕਿ ਸਾਡੀ ਪ੍ਰਤੀਪਾਲਨਾ ਕਰਨ ਵਾਲਾ ਸਾਡਾ ਮਾਤਾ ਪਿਤਾ ਪਰਮੇਸ਼ਵਰ ਹੈ। ਅਸੀਂ ਉਹਦੀ ਗੋਦ ਵਿੱਚ ਬੈਠ ਕੇ ਉਹਦੇ ਵਿੱਚ ਇਸ ਤਰ੍ਹਾਂ ਲੀਨ ਹੋ ਜਾਣਾ ਹੈ ਜਿਵੇਂ ਛੋਟਾ ਜਿਹਾ ਬਾਲਕ ਆਪਣੀ ਮਾਂ ਦੀ ਗੋਦ ਵਿੱਚ ਬੈਠ ਕੇ ਆਪਣੇ ਆਪ ਨੂੰ ਉਹਦੇ ਵਿੱਚ ਸਮੋਇਆ ਹੋਇਆ, ਉਹਦੇ ਵਿੱਚ ਲੀਨ ਮਹਿਸੂਸ ਕਰਦਾ ਹੈ। ਉਹਨੂੰ ਕੋਈ ਡਰ ਨਹੀਂ, ਕੋਈ ਖਤਰਾ ਨਹੀਂ, ਕੋਈ ਭੈ ਨਹੀਂ। ਉਹਦੇ ਸਾਰੇ ਹੀ ਫਿਕਰ, ਸਾਰੀਆਂ ਹੀ ਚਿੰਤਾਵਾਂ ਉਸ ਦੀ ਮਾਂ ਨੂੰ ਹਨ। ਇਸ ਤਰ੍ਹਾਂ ਪ੍ਰਭੂ ਦੀ ਗੋਦ ਵਿੱਚ ਜਿਸ ਦਿਨ ਆਪਾਂ ਸਮਾ ਜਾਵਾਂਗੇ, ਉਸ ਦਿਨ ਸਾਡੇ ਸਾਰੇ ਡਰ, ਸਾਰੇ ਫਿਕਰ, ਸਾਰੇ ਝੋਰੇ ਮੁੱਕ ਜਾਣਗੇ ਤੇ ਅਸੀਂ ਉਸ ਰਾਮ ਵਿੱਚ ਰਮ ਜਾਵਾਂਗੇ ਜਿਹੜਾ ਰਾਮ ਪੂਰਿਆਂ ਬ੍ਰਹਿਮੰਡਾਂ ਵਿੱਚ ਰਮਿਆ ਹੋਇਆ ਹੈ। ਸੋ ਜੀ ਸਮਾਂ ਹੋ ਗਿਆ, ਇੱਥੇ ਹੀ ਆਪਾਂ ਅੱਜ ਦੀ ਵਿਚਾਰ ਸਮਾਪਤ ਕਰਦੇ ਹਾਂ। ਆਉਣ ਵਾਲੇ ਸਮੇਂ 'ਚ ਆਪਾਂ ਪ੍ਰਭਾਤੀ ਰਾਗ ਤੋਂ ਜਿਹੜਾ ਸਿਰਲੇਖ ਹੈ, ਇਸ ਤੋਂ ਅੱਗੇ ਵਿਚਾਰ ਸ਼ੁਰੂ ਕਰਾਂਗੇ, ਯਾਨੀ ਇੱਥੋਂ ਸ਼ੁਰੂ ਕਰਕੇ ਅੱਗੇ ਵਿਚਾਰ ਸ਼ੁਰੂ ਕਰਾਂਗੇ। ਤੁਸੀਂ ਬੜੇ ਪਿਆਰ ਦੇ ਨਾਲ ਅੱਜ ਦੀ ਵਿਚਾਰ ਨੂੰ ਸੁਣਿਆ ਹੈ। ਆਪ ਸਾਰੀ ਸੰਗਤ ਦਾ ਮੈਂ ਦਿਲੋਂ ਧੰਨਵਾਦੀ ਹਾਂ। ਮੇਰੇ ਪਾਸੋਂ ਵਿਚਾਰ ਕਰਦਿਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋਈਆਂ ਹਨ। ਤੁਸੀਂ ਉਹਨਾਂ ਲਈ ਮੈਨੂੰ ਖਿਮਾ ਬਖਸ਼ਿਸ਼ ਕਰਨਾ। ਪਿਆਰ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।